ਭੋਏ ਪਾਰਥੀਏ। आप लिए लड़ लाए दर दरवेश से। तिन धन जनेंदी माओ आए सफल से। बेशुमार अथाह गणत अतुल। ज्यों बुलावो त्यों नानक दास बोलै। साहिब सतगुरु हाजरा हजूर, ਜ਼ਹਿਰਾ ਜ਼ਹੂਰ ਸਰਬ ਕਲਾ ਭਰਪੂਰ, ਚਬਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਭੰਡਾਰ ਬਰਦੋ ਆਲਮ ਸ਼ਾਹ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਲੜੀਵਾਰ ਗੁਰਮਤਿ ਸਮਾਗਮ ਜਿਹੜੇ ਪਿਛਲੇ ਮਹੀਨੇ ਦੀ 26 ਤਰੀਕ ਤੋਂ ਆਰੰਭ ਨੇ, ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਇਸ ਪਾਵਨ ਸਥਾਨ 'ਤੇ ਬਾਬਾ ਅਮਰਦੀਪ ਸਿੰਘ ਜੀ ਵੱਲੋਂ ਜੋ ਹਰ ਸਾਲ ਇਹ ਸਮਾਗਮ ਉਲੀਕੇ ਜਾਂਦੇ ਨੇ, ਉਹਨਾਂ ਸਮਾਗਮਾਂ ਦੀ ਲੜੀ ਵਿੱਚ ਜਿਸ ਤਰ੍ਹਾਂ ਪਿੱਛੇ ਸਿੱਧ ਗੋਸ਼ਟ ਬਾਣੀ ਅਤੇ ਹੋਰ ਬੇਅੰਤ ਬਾਣੀ ਦੀ ਵਿਚਾਰਾਂ ਆਪ ਸੰਗਤਾਂ ਦੇ ਨਾਲ ਬੇਅੰਤ ਵਿਦਵਾਨਾਂ ਨੇ ਸਾਂਝੀ ਕੀਤੀ ਹੈ, ਇਸੀ ਤਰ੍ਹਾਂ ਹੁਣ ਸਲੋਕ ਬਾਬਾ ਸ਼ੇਖ ਫਰੀਦ ਜੀ ਦੇ, ਜਿਨ੍ਹਾਂ ਦੀ ਲੜੀ ਕੱਲ੍ਹ ਤੱਕ 60 ਸਲੋਕਾਂ ਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ। ਆਓ ਇਹ ਲੜੀ ਅੱਗੇ ਤੋਰੀਏ। ਅੱਜ 5 ਸਲੋਕ ਆਪ ਸੰਗਤਾਂ ਦੀ ਸੇਵਾ ਵਿੱਚ ਵਿਚਾਰ ਸਹਿਤ ਦਾਸ ਸਤਿਗੁਰਾਂ ਦੀ ਕਿਰਪਾ ਨਾਲ ਗੁਰ ਉਪਦੇਸ਼ ਗੁਰਬਾਣੀ ਦੇ ਭਾਵ ਨੂੰ ਮੁੱਖ ਰੱਖਦਿਆਂ, ਤਤ ਗਿਆਨ ਨੂੰ ਮੁੱਖ ਰੱਖਦਿਆਂ, ਗੁਰਮਤਿ ਗਿਆਨ ਨੂੰ ਮੁੱਖ ਰੱਖਦਿਆਂ ਗੁਰੂ ਉਪਦੇਸ਼ ਦੀ ਛਤਰ ਛਾਇਆ ਹੇਠ ਵਿਚਾਰ ਕਰੇ। ਆਪ ਅਸੀਸ ਬਖਸ਼ੋ, ਸਤਿਗੁਰ ਜੀ ਰਹਿਮਤ ਕਰਨ। ਇਹ ਸਲੋਕ 61ਵਾਂ ਫਰੀਦਾ ਕਾਲੇ ਮੈਢੇ ਕੱਪੜੇ ਕਾਲਾ ਮੈਂਢਾ ਵੇਸ, ਗੁਨਾਹ ਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼। ਇਸ ਤੋਂ ਵਿਚਾਰ ਆਰੰਭ ਕਰੀਏ। ਗੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਦਰਵੇਸ਼ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀਤਾ। ਦਿਲ ਦਰਵਾਨੀ ਜੋ ਕਰੈ ਦਰਵੇਸ਼ੀ ਦਿਲ ਰਾਸ, ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਦਿਲ ਦਰਵਾਨੀ ਜੋ ਕਰੇ ਦਾ ਭਾਵ ਹੈ ਕਿ ਜਿਹੜਾ ਆਪਣੇ ਦਿਲ ਦੀ ਦਰਵਾਨੀ ਕਰਦਾ ਹੈ, ਦਿਲ ਦੇ ਦਰਵਾਜ਼ੇ 'ਤੇ ਬਹਿ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਕਈ ਸੁਸਾਇਟੀਆਂ 'ਤੇ ਜਾਂਦੇ ਹਾਂ, ਕਈ ਘਰਾਂ ਵਿੱਚ ਜਾਂਦੇ ਹਾਂ ਅਤੇ ਘਰਾਂ ਤੋਂ ਬਾਹਰ, ਸੁਸਾਇਟੀਆਂ ਤੋਂ ਬਾਹਰ ਉਹਨਾਂ ਨੇ ਫਾਟਕ ਲਗਾ ਕੇ ਇੱਕ ਚੌਂਕੀਦਾਰ ਬਿਠਾਇਆ ਹੁੰਦਾ ਅਤੇ ਉਹਦੀ ਨਿੱਕੀ ਜਿਹੀ ਚੌਂਕੀ ਹੁੰਦੀ ਹੈ ਉੱਥੇ, ਅਤੇ ਫਾਟਕ ਤਾਂ ਖੋਲ੍ਹਿਆ ਜਾਂਦਾ ਹੈ ਜੇ ਕੋਈ ਅਣਜਾਣ ਮਨੁੱਖ ਉੱਥੇ ਆਏ ਅਤੇ ਉਹ ਚੌਂਕੀਦਾਰ ਪੁੱਛਦਾ ਕਿਹੜੀ ਥਾਂ ਜਾਣਾ ਤੁਸੀਂ। ਜੇ ਉੱਥੇ ਆਉਣ ਵਾਲਾ ਬੰਦਾ ਫਲਾਣੇ ਦਾ ਨਾਮ ਅਤੇ ਪਤਾ ਦੱਸ ਦੇ ਜਿਹੜਾ ਅੰਦਰ ਹੀ ਰਹਿੰਦਾ, ਤਾਂ ਫਿਰ ਚੌਂਕੀਦਾਰ ਅੱਗੇ ਭੇਜਦਾ ਉਹਨੂੰ ਕਨਫਰਮ ਕਰਕੇ ਕਿ ਬਈ ਫਲਾਣੇ ਤੁਹਾਡੇ ਘਰ ਦੇ ਵਿੱਚ ਇਹ ਬੰਦਾ ਆ ਰਿਹਾ, ਇਹਨੂੰ ਭੇਜ ਦਈਏ, ਇਹਨੂੰ ਇੱਥੇ ਵੜਨ ਦਈਏ। ਜਿਸ ਤਰ੍ਹਾਂ ਉਹ ਚੌਂਕੀਦਾਰ ਕਿਸੇ ਅਣਜਾਣ ਨੂੰ ਵੜਨ ਨਹੀਂ ਦਿੰਦਾ, ਇਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ, ਬੰਦਿਆ ਤੂੰ ਆਪਣੇ ਦਿਲ ਦੀ ਦਰਵਾਨੀ ਕਰ, ਦਿਲ ਦੇ ਦਰਵਾਜ਼ੇ 'ਤੇ ਬੈਠ ਕੇ ਚੌਂਕੀਦਾਰੀ ਕਰ, ਤਾਂ ਕਿ ਕੋਈ ਅਣਜਾਣ ਖਿਆਲ ਤੇਰੇ ਇਸ ਹਿਰਦੇ ਰੂਪੀ ਸ਼ਹਿਰ ਦੇ ਅੰਦਰ ਨਾ ਆ ਸਕੇ, ਕੋਈ ਵਿਕਾਰ ਅੰਦਰ ਨਾ ਆ ਸਕੇ, ਕੋਈ ਲੁਟੇਰਾ ਅੰਦਰ ਨਾ ਆ ਸਕੇ, ਕੋਈ ਚੋਰ ਅੰਦਰ ਨਾ ਆ ਸਕੇ। ਅਤੇ ਇਹ ਇਕੱਲੇ 5 ਚੋਰ ਨਹੀਂ ਹੈਗੇ, ਇਹ ਤਾਂ ਮੁਹਕਮ ਫੌਜ ਹਟੱਲੀ ਆਖਿਆ।
क्यों लीजै गड़बंका भाई, दूबर कोट अर तेवर खाई। 5-25 मोह मद मदसर आडी प्रबल माया। ਇਹ ਤੇ 5-25 ਮੋਹ ਮਦ ਮਦਸਰ ਕਬੀਰ ਸਾਹਿਬ ਕਹਿੰਦੇ ਤੇ ਬੜਾ ਡਾਢਾ ਹੈ ਵਿਕਾਰਾਂ ਦਾ ਹੱਲਾ। ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ। ਅਸਲ ਦਰਵੇਸ਼ ਉਹ ਹੈ ਜਿਹੜੀ ਆਪਣੇ ਹਿਰਦੇ ਦੀ ਨਾਮ ਦੇ ਵਿੱਚ, ਆਪਣੇ ਹਿਰਦੇ ਵਿੱਚ ਨਾਮ ਦੀ ਪੂੰਜੀ ਨੂੰ ਸੰਭਾਲ ਕੇ ਰੱਖ ਲੇ। ਇਹ ਨਹੀਂ ਕਿ ਇੱਥੇ ਪਾਠ ਕੀਤਾ, ਬੰਦਗੀ ਕੀਤੀ, ਕੀਰਤਨ ਕਥਾ ਸੁਣੀ ਤੇ ਜਾ ਕੇ ਅਰਲ ਬਰਲ ਨਿੰਦਾ ਚੁਗਲੀ ਦੇ ਵਿੱਚ ਲੱਗ ਗਏ। ਦੂਜਿਆਂ ਦੇ ਘਰਾਂ ਵਿੱਚ ਕੀ ਵਰਤ ਰਿਹਾ ਉਹਦੇ ਸਾਨੂੰ ਜ਼ਿਆਦਾ ਤਲਬ ਹੁੰਦੀ ਹੈ ਬਈ ਉਹਦੇ ਬਾਰੇ ਵੀ ਸਾਨੂੰ ਪਤਾ ਲੱਗੇ, ਉਹਦੇ ਵੀ ਪਤਾ। ਜਿਹਦੇ ਬਾਰੇ ਨਹੀਂ ਵੀ ਪਤਾ, ਆ ਜਿਹੜਾ ਹੱਥ ਵਿੱਚ ਫੋਨ ਹੈ ਨਾ ਫੜਿਆ ਹੋਇਆ, ਇਹਦੇ ਵਿੱਚ ਉਹਦੀ ਵੀ ਬਦਖੋਈ ਕਰਦੇ ਹਾਂ ਜਿਹਦੇ ਨਾਲ 100 ਜਨਮਾਂ ਦਾ ਤਾਲਮੇਲ ਨਹੀਂ ਹੁੰਦਾ। ਉਹਨੂੰ ਵੇਖ ਕੇ ਵੀ ਜੇ ਉਹਦੀ ਕੋਈ ਨੁਕਸਾਨ ਵਾਲੀ ਬਿਰਤੀ ਵਰਤੀ ਤੇ ਮਨ ਠੰਡਾ ਹੁੰਦਾ, ਚੰਗਾ ਹੋਇਆ ਉਹਦੇ ਨਾਲ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਪੁੱਛਦੇ ਤੇਰਾ ਇਹਦੇ ਨਾਲ ਕੋਈ ਸਰੋਕਾਰ ਹੈ? ਕੋਈ ਸਰੋਕਾਰ ਨਹੀਂ। 100 ਬੇਗਾਨਾ ਬੰਦਾ ਵੀ, ਉਹ ਵੀ ਮਨ ਨੂੰ ਤਸੱਲੀ ਮਿਲਦੀ, ਚੰਗਾ ਇਹਦੇ ਨਾਲ ਮਾੜਾ ਹੋਇਆ। ਇਹ ਨਹੀਂ ਹੋਣਾ ਚਾਹੀਦਾ। ਦਰਵੇਸ਼ ਇਹ ਨਹੀਂ ਹੈ। ਦਰਵੇਸ਼ ਉਹ ਹੈ ਜਿਹੜਾ ਆਪਣੇ ਮਰਨ ਨੂੰ ਚੇਤੇ ਰੱਖੇ ਤੇ ਆਪਣਾ ਅਗਲਾ ਚੇਤੇ ਰੱਖੇ ਕਿ ਆ ਕੇ ਲੇਖਾ ਰੱਬ ਮੰਗੇਸੀਆ, ਜਿਹੜਾ ਬਚਨ ਹੈ ਨਾ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ। ਕਬੀਰ ਸਾਹਿਬ ਨੇ ਕਿਹਾ ਜਦ ਲੇਖਾ ਮੰਗਿਆ ਜਾਏਗਾ ਕਿਹੜਾ ਮੂੰਹ ਲੈ ਕੇ ਜਾਏਗਾ। ਕੀ ਕੀਤਾ? ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੌਂਕੈ ਸਦਾ ਬਿਆਲ। ਕੂੜ ਚੁੜਾ ਮੁੱਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ। ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਵੇਸ। ਫਰੀਦਾ ਕਾਲੇ ਮਹਿੰਢੇ ਕੱਪੜੇ, ਕਾਲਾ ਮਹਿੰਢਾ ਵੇਸ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੈ ਫਾਹੀ ਸੁਰਤ, ਸੁਰਤ ਤੇਰੀ ਵਿਕਾਰਾਂ ਵਿੱਚ ਫਸੀ ਹੋਈ ਹੈ। ਮਲੂਕੀ, ਮਲੂਕੀ ਕਹਿੰਦੇ ਸੂਫਾਂ ਵਾਲਾ, ਸੂਫੀਆਂ ਵਾਲਾ, ਦਰਵੇਸ਼ਾਂ ਵਾਲਾ ਵੇਸ ਪਾਇਆ ਹੋਇਆ ਤੂੰ। ਸੁਰਤ ਤੇਰੀ ਚਿੱਕੜ ਵਿੱਚ ਹੈ, ਸੁਰਤ ਤੇਰੀ ਬਗਲੇ ਦੀ ਤਰ੍ਹਾਂ ਤੇ ਬਾਹਰ ਭੇਖ ਤੂੰ ਹੰਸ ਵਾਲਾ ਕੀਤਾ ਹੋਇਆ। ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਵੇਸ। ਮਹਾਰਾਜ ਕਹਿੰਦੇ ਖਰਾ ਸਿਆਣਾ ਬਹੁਤਾ ਭਾਰ। ਇਹ ਦੁਨੀਆ ਨੂੰ ਤੂੰ ਸਿਆਣਪ ਦਿਖਾ ਰਿਹਾ ਪਰ ਸੱਚੀ ਤੂੰ ਦੁਨਿਆਵੀ ਪੰਡ ਸਿਰ ਦੇ ਉੱਤੇ ਚੱਕੀ ਹੋਈ ਹੈ। ਇਹ ਦਰਵੇਸ਼ੀ ਦੀ ਨਿਸ਼ਾਨੀ ਨਹੀਂ ਹੈ। ਇਹ ਕਿਹੜਾ ਭਾਰ ਚੱਕਿਆ ਹੋਇਆ ਹੈ? ਦੂਸਰਾ ਸਲੋਕ ਬਾਬਾ ਸ਼ੇਖ ਫਰੀਦ ਜੀ ਦਾ ਆਪ ਜੀ ਨੇ ਪੜ੍ਹਿਆ, ਜਿਸ ਦੂਜੇ ਸਲੋਕ ਦੇ ਵਿੱਚ ਬਾਬਾ ਸ਼ੇਖ ਫਰੀਦ ਜੀ ਨੇ ਇਹ ਆਖਿਆ ਕਿ ਫਰੀਦਾ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ। ਦਰਵੇਸ਼ੀ ਤੇ ਬੜੀ ਮੁਸ਼ਕਿਲ ਹੈ, ਪਰ ਮੈਂ ਭੇਖ ਸੂਫੀਆਂ ਵਾਲਾ ਪਾਲਿਆ। ਹੰਸਾਂ ਦੇਖ ਤਰੰਦਿਆਂ ਬੱਗਾਂ ਵੀ ਆਇਆ ਚਾਓ। ਕਿ ਮੈਂ ਦੇਖਿਆ ਬਈ ਉਹ ਬੰਦਗੀ ਕਰਨ ਵਾਲੇ ਸਾਧ ਨੇ, ਉਹ ਤਪਸਵੀ ਨੇ, ਉਹ ਟਿਕੇ ਹੋਏ ਨੇ, ਜਿਨ੍ਹਾਂ ਦੀ ਸ਼ੋਭਾ ਬੜੀ ਹੁੰਦੀ ਹੈ। ਤੇ ਜੇ ਮੈਂ ਵੀ ਉਹਨਾਂ ਵਰਗਾ ਹੋ ਜਾਂ ਤੇ ਮੇਰੀ ਵੀ ਬੱਲੇ ਬੱਲੇ ਹੋ ਜਾਏ। ਪਰ ਬਾਹਰੋਂ ਤੇ ਵੇਸ ਪਾ ਲਿਆ ਪਰ ਅੰਦਰੋਂ ਕਮਾਈ ਨਹੀਂ ਹੈ। ਜਿਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਹੈ, ਕਹੋ ਕਬੀਰ ਛੂਛਾ ਘੱਟ ਬੋਲੇ। ਛੂਛਾ ਦਾ ਮਤਲਬ ਖੋਖਲਾ, ਖਾਲੀ। ਜਿਹੜਾ ਭਾਂਡਾ ਖਾਲੀ ਹੋਏਗਾ ਨਾ ਉਹਨੂੰ ਮਾੜਾ ਜਿਹਾ ਵੀ ਲਾਓਗੇ ਤੇ ਖੜਕੇਗਾ। ਭਰਿਆ ਹੋਏ ਨਾ ਕਬਹੂ ਡੋਲੇ, ਜਿਹਦੇ ਅੰਦਰ ਤਪ ਸਾਧਨਾ ਨਾਮ ਦੀ ਪੂੰਜੀ ਟਿਕ ਗਈ ਨਾ। ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ। ਰਾਸ ਪੂੰਜੀ ਦਿਲ ਵਿੱਚ ਟਿਕਾ ਲਈ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਉਹਦੀ ਮੁਹੱਬਤ ਕਬੂਲ ਹੈ। ਇਹ ਨਹੀਂ ਕਿ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। 68 ਤੀਰਥ ਜੇ ਨਾਵੈ ਉਤਰੈ ਨਾਹੀ ਮੈਲ। ਕਿ ਬਾਬਾ ਸ਼ੇਖ ਫਰੀਦ ਕਹਿੰਦੇ ਦਰਵੇਸ਼ ਮੈਂ ਬਣਿਆ ਨਹੀਂ, ਭੇਖ ਮੇਰਾ ਦਰਵੇਸ਼ਾਂ ਵਾਲਾ ਹੈ। ਤੇ ਮੈਂ ਫਿਰ ਦੁਨੀਆ ਨੂੰ ਦੱਸਦਾ, ਦਿਖਾਣਾ ਚਾਹੁੰਦਾ ਕਿ ਤੁਸੀਂ ਜੇ ਸੰਤਾਂ ਦੀ ਭਾਵ ਹੰਸ ਬਿਰਤੀ ਦੀ ਸ਼ੋਭਾ ਕਰਦੇ ਹੋ ਤੇ ਮੇਰੀ ਵੀ ਕਰੋ। ਤੇ ਦੁਨੀਆ ਨੂੰ ਵੀ ਭੁਲੇਖਾ ਹੋ ਜਾਂਦਾ ਭੇਖ ਨੂੰ ਦੇਖ ਕੇ। ਦੁਨੀਆ ਲਈ ਤੇ ਭੇਖ ਹੀ ਭਗਵਾਨ ਬਣ ਜਾਂਦਾ। ਬੰਦਾ ਕਹਿੰਦਾ ਇਹਦਾ ਭੇਖ ਹੈ, ਇਹ ਸੰਤ ਹੋਏਗਾ ਜ਼ਰੂਰ। ਪਰ ਸਤਿਗੁਰੂ ਮਹਾਰਾਜ ਕਹਿੰਦੇ ਫਾਹੀ ਸੁਰਤ ਮਲੂਖੀ ਵੇਸ। ਕਹਿੰਦੇ ਫਕੀਰਾਂ ਵਾਲਾ ਬਾਣਾ ਤੇ ਅੰਦਰ ਸੁਰਤ ਚਿੱਕੜ ਵਿੱਚ ਫਸੀ ਹੋਈ ਹੈ। ਹਉ ਠਗਵਾੜਾ ਠੱਗੀ ਦੇਸ। ਸਾਰੇ ਦੇਸ਼ ਨੂੰ ਠੱਗਣ ਦੀ ਤਿਆਰੀ ਕੀਤੀ ਹੋਈ ਹੈ। ਕਿਹਦੇ ਨਾਮ ਤੇ? ਧਰਮ ਦੇ ਬੁਰਕੇ, ਧਰਮ ਦੇ ਬਾਣੇ ਦੇ ਨਾਮ ਤੇ। ਫਰੀਦਾ ਕੰਨ ਮੁਸੱਲਾ ਸੂਫ ਗਲ। ਮੋਢੇ ਤੇ ਮੁਸੱਲਾ ਰੱਖਿਆ ਤਾਂ ਕਿ ਦੂਰੋਂ ਹੀ ਬੰਦਾ ਵੇਖ ਕੇ ਕਹੇ ਮੁੱਲਾ, ਦੂਰੋਂ ਹੀ ਬੰਦਾ ਵੇਖ ਕੇ ਕਹੇ ਮੀਆਂ ਜੀ।
ਦੂਰੋਂ ਹੀ ਬੰਦਾ ਤੂੰ ਤੂੰ ਨਾ ਕਰੇ, ਵੇਖਦੇ ਸਾਰ ਕਹੇ ਸ਼ੇਖ ਜੀ ਆਓ ਬੈਠੋ। ਮੋਢੇ ਤੇ ਮੁਸੱਲਾ ਰੱਖਿਆ ਦੁਨੀਆ ਨੂੰ ਦਿਖਾਉਣ ਲਈ ਮੇਰੇ ਵਰਗਾ ਨਮਾਜ਼ੀ ਕੋਈ ਨਹੀਂ ਹੈ। ਫਰੀਦਾ ਕੰਨ ਮੁਸੱਲਾ ਸੂਫ, ਸੂਫ ਅੱਛਾ ਇਹ ਕਾਲੇ ਬਸਤਰ ਕਿਉਂ ਕਹੇ, ਕਾਲੀ ਕਮਲੀ ਕਿਉਂ ਕਹੀ, ਇਹਨੂੰ ਪਹਿਲਾਂ ਵਿਚਾਰੀਏ। ਜੇ ਅੱਜ ਦੇ ਸਲੋਕ ਦੀ ਆਰੰਭਤਾ ਹੁੰਦੀ ਹੈ ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਕਾਲਾ ਰੰਗ ਕਿਉਂ ਆਇਆ ਸੂਫੀ ਚਿਸ਼ਤੀ ਪਰੰਪਰਾ ਦੇ ਵਿੱਚ, ਸੂਫ ਮਤ ਦੇ ਵਿੱਚ। ਅੱਛਾ ਸੂਫੀ, ਸੂਫ ਦੇ ਅਰਥ ਕੀ ਨੇ? ਜਦ ਤੁਸੀਂ ਇਹ ਅਰਥ ਦਾਸ ਨੂੰ ਤਾਂ ਪਤਾ ਲੱਗੇ ਜਦ ਦਾਸ ਨੇ ਪਰਸ਼ੀਅਨ ਡਿਪਲੋਮਾ ਕੀਤਾ ਜੀ, ਫਾਰਸੀ ਦੇ ਵਿੱਚ ਪਰਸ਼ੀਅਨ ਦਾ ਡਿਪਲੋਮਾ ਕੀਤਾ, ਐਡਵਾਂਸ ਡਿਪਲੋਮਾ ਇਨ ਪਰਸ਼ੀਅਨ। 3 ਸਾਲ ਦੀ ਇਹ ਵਿਦਿਆ ਦਾਸ ਨੇ ਸਤਿਗੁਰੂ ਦੀ ਕਿਰਪਾ ਨਾਲ PhD ਦੇ ਨਾਲ ਕੀਤੀ। ਉੱਥੇ ਵਿੱਚ ਫਿਰ ਪਤਾ ਲੱਗਿਆ ਸੂਫ ਦੀ ਪਰਿਭਾਸ਼ਾ ਕੀ ਹੁੰਦੀ ਹੈ। ਸੂਫ ਦੇ ਅਰਥ ਹੀ ਹੁੰਦੇ ਆ ਕਾਲੀ ਕਮਲੀ, ਕਾਲੀ ਕਮਲੀ ਨੂੰ ਹੀ ਸੂਫ ਆਖਿਆ ਜਾਂਦਾ ਹੈ। ਪਹਿਲਾ ਅਰਥ ਹੈ ਸੂਫ ਦਾ ਕਾਲੇ ਬਸਤਰ। ਈਰਾਨ ਦੇ ਵਿੱਚ ਜਾਂ ਅਫਗਾਨਿਸਤਾਨ ਜਾਂ ਮੱਕਾ ਮਦੀਨਾ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਅਬੂ ਬਕਰ, ਅਜ਼ਰਬਾਈਜਾਨ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਇਹ ਸਾਰਾ ਜਿਹੜਾ ਇਲਾਕਾ ਹੈ ਇੱਥੇ ਅੱਜ ਵੀ ਸੂਫ ਕਾਲੇ ਵਸਤਰਾਂ ਨੂੰ ਕਿਹਾ ਜਾਂਦਾ ਹੈ, ਕਾਲੀ ਕਮਲੀ ਨੂੰ ਆਖਿਆ ਜਾਂਦਾ ਹੈ। ਦੂਸਰੇ ਅਰਥ ਜਿਹੜੇ ਸੂਫ ਦੇ ਮਿਲਦੇ ਨੇ ਕਿ ਹਜ਼ਰਤ ਮੁਹੰਮਦ ਸਾਹਿਬ ਦੇ ਸਮੇਂ ਜਦ ਇਹ ਜਿਹੜਾ ਕਾਬਾ ਹੈ ਨਾ, ਕਾਬੇ ਦੀ ਕੰਧ ਉੱਤੇ ਜਿਹੜੇ ਬੰਦਗੀ ਕਰਨ ਵਾਲੇ, ਜਿਹੜੇ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ਉਸ ਕੰਧ ਦੇ ਉੱਤੇ ਬੈਠਦੇ ਸਨ, ਉਹਨਾਂ ਨੂੰ ਵੀ ਸੂਫ ਆਖਿਆ ਜਾਂਦਾ ਸੀ। ਪਰ ਉਹ ਜਿਹੜੇ ਬੈਠਦੇ ਸਨ ਤੇ ਉਹ ਕਾਲੀ ਕਮਲੀ ਓੜਦੇ ਸਨ। ਇਹ ਬਿਲਕੁਲ ਲਾਈਵ ਹੈ। ਤੁਸੀਂ ਕੋਈ ਇਤਿਹਾਸ, ਜਦ ਤੁਸੀਂ ਇਸਲਾਮ ਦਾ ਇਤਿਹਾਸ ਪੜ੍ਹੋਗੇ ਜਾਂ ਸੂਫੀ ਮਤ ਦਾ ਇਤਿਹਾਸ ਪੜ੍ਹੋਗੇ, ਸੂਫ ਦੇ ਦੂਜੇ ਅਰਥ ਤੁਹਾਨੂੰ ਮਿਲਣਗੇ ਕਿ ਜਿਹੜੀ ਕਾਬੇ ਦੀ ਕੰਧ ਦੇ ਉੱਤੇ ਬੈਠਦੇ ਸਨ ਨਾ, ਉਹਨਾਂ ਨੂੰ ਵੀ ਸੂਫੀ ਆਖਿਆ ਜਾਂਦਾ ਸੀ। ਤੇ ਉਹਨਾਂ ਦੇ ਕੱਪੜੇ ਕਾਲੇ ਹੁੰਦੇ ਸਨ। ਤੇ ਕਾਲਾ ਬਸਤਰ ਇਸ ਲਈ ਹੈ ਭਾਵੇਂ ਸਰਦੀ ਹੋਏ, ਭਾਵੇਂ ਗਰਮੀ ਹੋਏ, ਭਾਵੇਂ ਚਕਾ ਚੌਂਦ ਹੋਏ ਤੇ ਭਾਵੇਂ ਗਰੀਬੀ ਹੋਏ, ਭਾਵੇਂ ਭੁੱਖ ਹੋਏ ਤੇ ਭਾਵੇਂ ਰੱਜ ਹੋਏ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਕੱਲ੍ਹ ਦਾ ਹੁਕਮਨਾਮਾ ਆਇਆ ਨਾ ਇਸ ਪਾਵਨ ਸਥਾਨ ਤੇ ਸੂਫੀ ਦੀ ਪਰਿਭਾਸ਼ਾ ਹੈ ਉਹ ਅਸਲ ਦੇ ਵਿੱਚ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਪਹਿ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੈ, ਲੋਭ ਮੋਹ ਅਭਮਾਨਾ, ਹਰ ਕ ਸੂਗ ਤੈ ਰਹਿ ਨਿਆਰੋ। ਭਾਵੇਂ ਤੱਤੀ ਵਾਹ ਵਗਦੀ ਹੈ ਤੇ ਭਾਵੇਂ ਪੋਹ ਦਾ ਕੱਕਰ ਹੈ, ਕਾਲਾ ਬਸਤਰ ਹੀ ਪਾਉਣਾ ਹੈ। ਬਾਬਾ ਸ਼ੇਖ ਫਰੀਦ ਕਹਿੰਦੇ ਆ ਸੂਫੀ ਬਸਤਰ ਇੱਕ ਨਿਸ਼ਾਨੀ ਹੈ। ਜਿਸ ਤਰ੍ਹਾਂ ਧਰਮ ਦੇ ਮਾਰਗ ਦੇ ਉੱਤੇ ਚਿੱਟੇ ਬਸਤਰ ਧਰਮ ਨੂੰ ਪਰਪੱਖ ਕਰਦੇ ਨੇ ਕਿ ਹਾਂ, ਲੋਕ ਸੇਵਾ ਨੂੰ ਪਰਪੱਖ ਕਰਦੇ ਨੇ ਕਿ ਇੰਨੇ ਚਿੱਟੇ ਬਸਤਰ ਪਾਏ ਨੇ, ਇਹਦਾ ਮਤਲਬ ਕਿ ਇਹ ਆਪਣਾ ਭਾਵ ਛੋੜ ਕੇ ਦੂਜਿਆਂ ਦੀ ਸੇਵਾ ਵਿੱਚ ਆ ਗਿਆ। ਪਰ ਮਹਾਰਾਜ ਕਹਿੰਦੇ ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹਾਂ, ਮਨੋ ਕੁਸੁੱਦਾ ਕਾਲੀਆਂ, ਬਾਹਰ ਚਿੱਟਵੀਆਂ। ਬਾਹਰੋਂ ਤੇ ਚਿੱਟੇ ਕੱਪੜੇ ਪਾਏ ਆ ਤੇ ਅੰਦਰੋਂ ਮਹਾਂ ਕਾਲੇ ਹੈਗੇ ਆ, ਦਿਲ ਕਾਲੇ ਨੇ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਜਿਹਨੂੰ ਮਹਾਰਾਜ ਜੀ ਕਹਿੰਦੇ ਹੈ ਕਿ ਜੇ ਕਰੇਲੇ ਨੂੰ, ਤੁੰਮੀ ਨੂੰ, ਅੱਕ ਨੂੰ, ਇਹ ਸਾਰੇ ਧਤੂਰੇ ਨੂੰ ਸਾਰਾ ਦਿਨ ਵੀ ਪਾਣੀ ਵਿੱਚ ਰੱਖ ਲਓ ਨਾ ਭਿਉਂ ਕੇ, ਤੇ ਉਹ ਅੰਦਰੋਂ ਕੌੜੇ ਦਾ ਕੌੜਾ ਹੀ ਰਹੇਗਾ। ਨਿੰਮ, ਧਤੂਰਾ, ਅੱਕ, ਇਹ ਸਾਰੇ ਫਲ ਜਿਹੜੇ ਨੇ ਨਾ, ਮਹਾਰਾਜ ਜੀ ਕਹਿੰਦੇ ਵਿਸ਼ ਹੈ, ਇਹ ਕੌੜੇ ਨੇ। ਇਹਨਾਂ ਨੂੰ ਜਿੰਨਾ ਮਰਜ਼ੀ ਪਾਣੀ ਵਿੱਚ ਰੱਖ ਲਓ, ਭਾਵ ਜਿਹਦਾ ਮਨ ਕਾਲਾ ਹੈ ਉਹਨੂੰ ਜਿੰਨੇ ਮਰਜ਼ੀ ਸੂਫੀ ਵਸਤਰ ਜਾਂ ਧਰਮ ਦਾ ਭੇਖ ਪਵਾ ਦਿਓ, ਜਿਹੜਾ ਅੰਦਰੋਂ ਚੋਰ ਹੈ ਉਹਨੇ ਚੋਰ ਹੀ ਰਹਿਣਾ। ਇਹਨੂੰ ਮਹਾਰਾਜ ਜੀ ਕਹਿੰਦੇ ਹੈ ਕਿ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ, ਦੋਏ ਭਾ ਚੜੀਐਸ ਹੋਰ, ਬਾਹਰੋਂ ਧੋਤੀ ਤੁੰਬੜੀ, ਅੰਦਰ ਵਿਸ਼ ਨਿਕੋਰ। ਤੁੰਮੀ ਜਿੰਨੀ ਮਰਜ਼ੀ ਧੋ ਲਓ, ਕੌੜੀ ਦੀ ਕੌੜੀ ਰਹੇਗੀ। ਨਿੰਮ ਦੇ ਪੱਤੇ ਜਿੰਨੇ ਮਰਜ਼ੀ ਧੋ ਲਓ, ਉਹਨੇ ਕੌੜੀ ਰਹਿਣੇ ਆ। ਬਾਹਰੋਂ ਧੋਣ ਨਾਲ ਜਾਂ ਬਾਹਰ ਦੇ ਭੇਖ ਨਾਲ ਨਹੀਂ ਫਰਕ ਪੈਣਾ। ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਸਾਧ ਭਾਵੇਂ ਜਿਨ ਪਟ ਅੰਦਰ ਬਾਹਰ ਗੁੱਦੜ, ਲੀਰਾਂ ਪਾ ਕੇ ਵੀ ਆ ਜੇ ਨਾ ਤਾਂ ਵੀ ਉਹ ਸਾਧ ਹੈ। ਚੋਰ ਭਾਵੇਂ ਮਹਿੰਗੇ ਤੇ ਸੂਫੀ ਬਸਤਰ ਪਾ ਕੇ ਵੀ ਆ ਜੇ, ਬਾਬਾ ਫਰੀਦ ਕਹਿੰਦੇ ਉਹ ਚੋਰ ਦਾ ਚੋਰ ਹੀ ਹੈ। ਇੱਕ ਗਾਥਾ ਚਲਦੀ ਹੈ ਬੜੀ ਪੁਰਾਣੀ, ਮੈਂ ਪੜ੍ਹੀ ਸੀ। ਇੱਕ ਪਿੰਡ 'ਚ ਚੋਰ ਸੀ, ਉਹ ਏਡੀ ਤਿਆਰੀ ਨਾਲ ਚੋਰੀ ਕਰਦਾ ਸੀ, ਕਿੰਨੇ ਸਾਲ ਉਹ ਫੜਿਆ ਹੀ ਨਹੀਂ ਗਿਆ।
ਸਾਰਾ ਦਿਨ ਉਹਨੇ ਸੱਥ ਵਿੱਚ ਬੈਠੇ ਰਹਿਣਾ ਅਤੇ ਲੋਕਾਂ ਨੂੰ ਇਹ ਧੋਖਾ ਹੋਣਾ ਕਿ ਇਹਦੇ ਵਰਗਾ ਕੋਈ ਚੰਗਾ ਬੰਦਾ ਹੀ ਨਹੀਂ ਹੈ। ਅਤੇ ਰਾਤੀ ਉਹਨੇ ਤਿਆਰੀ ਦਿਖਾਣੀ ਅਤੇ ਰਾਤੀ ਚੋਰੀਆਂ ਕਰਨੀਆਂ। ਇੱਕ ਦਿਨ ਉਹਦੇ ਮਨ 'ਚ ਆਇਆ ਕੋਈ ਵੱਡਾ ਹੱਥ ਮਾਰਾਂ। ਜਦ ਇਹ ਲੋਭ ਦੇ ਉੱਤੇ ਹੋਰ ਲਾਲਚ ਹਾਵੀ ਹੋ ਜਾਂਦਾ ਨਾ, ਬੰਦਾ ਫਿਰ ਰਗੜਿਆ ਜਾਂਦਾ। ਜਿਹੜਾ ਬੰਦਾ ਸਾਧ ਮੰਨਿਆ ਹੋਇਆ ਸੀ ਨਾ, ਉਹ ਕਾਬੂ ਆ ਗਿਆ ਜ਼ਿਆਦਾ ਲਾਲਚ ਕਰਕੇ। ਅਤੇ ਜਦ ਲੋਕਾਂ ਨੇ ਵੇਖਿਆ, ਕਹਿੰਦੇ ਰਹਿ ਰੱਬ ਦਾ ਨਾਂ, ਤੂੰ ਹੀ ਸੀ ਸਾਰਾ ਦਿਨ ਸਾਡੇ ਵਿੱਚ ਵਿਚਰਦਾ, ਤੂੰ ਹੀ ਚੋਰੀ ਕਰਦਾ। ਜਦ 2-4 ਲਾਈਆਂ ਅਤੇ ਉਗਲ ਦਿੱਤਾ ਵੀ ਸਾਰੀ ਚੋਰੀਆਂ ਮੈਂ ਹੀ ਕੀਤੀਆਂ। ਅਤੇ ਪਿੰਡ ਵਾਲਿਆਂ ਨੂੰ ਹੋਇਆ ਵੀ ਸਾਰੀ ਉਮਰ ਸਾਡੇ ਨਾਲ ਰਿਹਾ, ਅਸੀਂ ਵੀ ਕੋਈ ਸ਼ਰਮ ਕਰ ਲਈਏ, ਚਲੋ ਇਹਨੂੰ ਨਾ ਕੋਈ ਕੁੱਟੀਏ ਨਾ ਕੁਝ ਕਰੀਏ, ਇਹਨੂੰ ਸਮਝਾਈਏ ਬੈਠ ਕੇ। ਉਹਨੂੰ ਸਮਝਾਇਆ ਅਤੇ ਉਹਨੇ ਵਾਅਦਾ ਕੀਤਾ ਮੈਂ ਚੋਰੀ ਨਹੀਂ ਕਰਾਂਗਾ। ਚਲੋ ਪਿੰਡ ਵਾਲਿਆਂ ਨੂੰ ਬੜੀ ਖੁਸ਼ੀ ਹੋਈ ਵੀ ਇੰਨੇ ਸਾਲਾਂ ਤੋਂ ਚੋਰੀ ਹੁੰਦੀ ਸੀ, ਚੋਰ ਪਕੜਿਆ ਗਿਆ, ਤੀਰਥਾਂ ਦਾ ਇਸ਼ਨਾਨ ਹੀ ਕਰ ਆਈਏ, ਕੋਈ ਸ਼ੁਕਰ ਹੀ ਕਰ ਆਈਏ ਰੱਬ ਦਾ। ਜਦ ਇਹ ਪਤਾ ਲੱਗਿਆ ਸਾਰਾ ਪਿੰਡ ਤੀਰਥਾਂ ਦੇ ਇਸ਼ਨਾਨਾਂ ਨੂੰ ਚਲਿਆ। ਉਹ ਚੋਰ ਜਿਹੜਾ ਸੀ, ਬੰਦਾ ਜਿਹੜਾ ਕਹਿੰਦਾ ਮੈਂ ਚੋਰੀ ਨਹੀਂ ਕਰਨਾ, ਉਹਨੇ ਕਿਹਾ ਭਾਈ ਮੈਂ ਪਿੱਛੇ ਨਹੀਂ ਰਹਿਣਾ, ਮੈਨੂੰ ਵੀ ਲੈ ਜਾਓ ਨਾਲ। ਕਹਿੰਦੇ ਚਲੋ। ਪਰ ਲੋਕਾਂ ਨੇ ਜਿਹੜੇ ਸਿਆਣੇ ਸਨ ਉਹ ਕਹਿੰਦੇ ਭਰਾਵਾ ਇਹਨੂੰ ਰਹਿਣ ਦਿਓ, ਜਿੱਥੇ ਅਸੀਂ ਜਾ ਰਹੇ ਹਾਂ ਇਹ ਨਾ ਹੋਏ ਕਿ ਉਹਦਾ ਭਾਵ ਹੀ ਸਾਰਾ ਸਾਡਾ ਸਵਾਦ ਮਾਰਿਆ ਜਾਏ। ਬਈ ਚੋਰ ਦੀ ਬਾਣ ਜਿਹੜੀ ਹੈ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਹੈ, ਸਵਾਨ ਪੂਛ ਜੋ ਹੋਤ ਨਾ ਸੂਧੋ। 12 ਸਾਲ ਵੰਜਲੀ ਦੇ ਵਿੱਚ ਕੁੱਤੇ ਦੀ ਪੂੰਛ ਵੀ ਰੱਖ ਲਈ ਜਾਏ। ਇਹ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਸਵਾਨ ਪੂੰਛ ਨਹੀਂ ਸਿੱਧੀ ਹੁੰਦੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ 1000 ਸਾਲ ਜੇ ਪੱਥਰ ਪਾਣੀ ਵਿੱਚ ਰੱਖ ਲਿਆ ਜਾਏ ਤਾਂ ਵੀ ਅੰਦਰੋਂ ਸੁੱਕੇ ਦਾ ਸੁੱਕਾ। ਜਿਹੜਾ ਅੰਦਰੋਂ ਚੋਰ ਹੈ ਉਹ ਬਾਹਰ ਭਾਵੇਂ ਸੂਫੀ ਵਸਤਰ ਪਾ ਲੇ, ਮਨੋ ਕਸੁੱਦਾਂ ਕਾਲੀਆਂ ਬਾਹਰ ਚਿਟਵੀਆਂ, ਰੀਸਾ ਕਰਹਿ ਤਿਨਾੜੀਆਂ, ਜੋ ਸੇਵੈ ਦਰ ਖੜੀਆਂ। ਉਹਦੀ ਰੀਸਾਂ ਕਰ ਰਹੇ। ਸਿਆਣਿਆਂ ਨੇ ਕਿਹਾ ਤੈਨੂੰ ਨਹੀਂ ਲੈ ਕੇ ਜਾਣਾ ਭਰਾਵਾ, ਤੂੰ ਇੱਥੇ ਹੀ ਰਹਿ, ਅਸੀਂ ਆਪਣੇ ਘਰਾਂ ਨੂੰ ਮੋਟੇ ਜਿੰਦੇ ਲਾ ਜਾਵਾਂਗੇ ਪਰ ਤੈਨੂੰ ਨਹੀਂ ਲੈ ਕੇ ਜਾਵਾਂਗੇ। ਉਹਨੇ 2-4 ਬੰਦਿਆਂ ਦੇ ਪੈਰ ਪੂਰ ਫੜੇ ਅਤੇ ਬਸ ਮੈਨੂੰ ਲੈ ਜਾਓ, ਮੈਂ ਰੱਬ ਦਾ ਵਾਸਤਾ ਕੋਈ ਕਸਮ ਖਵਾ ਲਿਓ ਮੈਂ ਚੋਰੀ ਨਹੀਂ ਕਰਾਂਗਾ। ਮੰਨ ਗਏ ਜੀ, ਲੈ ਗਏ। ਅਤੇ ਤੀਰਥ ਦੂਰ ਸੀ, ਤੁਰ ਕੇ ਜਾਣਾ ਗੱਡਿਆਂ 'ਤੇ ਸਵਾਰ ਹੋ ਕੇ। ਪਹਿਲੀ ਰਾਤ ਜਿੱਥੇ ਰੁਕੇ ਅਤੇ ਸਵੇਰੇ ਉੱਠੇ ਅਤੇ ਸਮਾਨ ਹੀ ਨਾ ਲੱਭੇ ਕਿਸੇ ਨੂੰ ਕਿਸੇ ਦਾ। ਹਰ ਕੋਈ ਸਮਾਨ ਚੱਕੇ ਅਤੇ ਕਿਸੇ ਨੇ ਕਿਸੇ ਦਾ ਫੜਿਆ ਹੋਇਆ, ਕਿਸੇ ਨੇ ਕਿਸੇ ਦਾ ਫੜਿਆ ਹੋਇਆ। ਪਰੇਸ਼ਾਨ ਹੋ ਗਏ ਵੀ ਜਿੱਥੇ ਸਮਾਨ ਰੱਖਿਆ ਸੀ, ਸਮਾਨ ਜਦ ਖੋਲ ਖਾਲ ਕੇ ਦੇਖਿਆ ਸਮਾਨ ਪੂਰਾ ਸੀ ਪਰ ਇੱਧਰ ਉੱਧਰ ਹੋਇਆ ਹੋਇਆ ਸੀ। ਕਹਿੰਦੇ ਚਲੋ ਕੋਈ ਨਹੀਂ, ਇਹ ਸਾਡੇ ਤੋਂ ਭੁਲੇਖਾ ਹੋ ਗਿਆ ਹੋਏਗਾ। ਅਗਲੀ ਰਾਤ ਫਿਰ ਕਿੱਥੇ ਰੁਕੇ ਅਤੇ ਤੀਜੇ ਦਿਨ ਤੀਰਥ ਪਹੁੰਚੇ। ਤੀਰਥ ਤੋਂ ਵਾਪਸ ਤੁਰਨ ਲੱਗੇ, ਸਵੇਰੇ ਉੱਠੇ, ਆਪਣਾ ਸਮਾਨ ਲੱਭਣ ਅਤੇ ਸਮਾਨ ਹੀ ਨਾ ਲੱਭੇ, ਇੱਧਰ ਉੱਧਰ ਹੋ ਜਾਏ। ਬੜੇ ਪਰੇਸ਼ਾਨ ਹੋਣੇ। ਤੀਜੀ ਵਾਰੀ ਹੋ ਗਿਆ ਵੀ ਸਮਾਨ ਕਿੱਥੇ ਦਾ ਕਿੱਥੇ ਹੋ ਜਾਂਦਾ। ਇੱਕ ਬੰਦਾ ਨਾ ਸਿਆਣਾ ਲਾਤਾ, ਕਹਿੰਦੇ ਹੁਣ 2 ਰਾਤਾਂ ਦਾ ਸਫ਼ਰ ਵਾਪਸੀ ਦਾ, ਆ ਕਾਬੂ ਤੇ ਕਰੀਏ ਬੰਦਾ ਕੌਣ ਹੈ। ਜਦ ਉਹ ਵਾਪਸੀ ਤੁਰੇ ਤੇ ਇੱਕ ਰਾਤ ਰਸਤੇ ਤੇ ਰੁਕੇ ਤੇ ਰਾਤੀ ਉਹ ਬੰਦਾ ਕਾਬੂ ਹੋ ਗਿਆ। ਉਹਨੂੰ ਫਿਰ ਫੜ ਕੇ ਤੇ ਅੱਧੀ ਰਾਤ ਨੂੰ ਦੀਵਾ ਬਾਲ ਕੇ ਤੇ ਉਹਦੀ ਪੇਸ਼ੀ ਕੀਤੀ, ਭਰਾਵਾ ਤੈਨੂੰ ਕਿਹਾ ਸੀ ਤੂੰ ਚੋਰੀ ਨਹੀਂ ਕਰਨੀ। ਉਹ ਕਹਿੰਦਾ ਮੈਂ ਚੋਰੀ ਥੋੜ੍ਹੀ ਕੀਤੀ ਹੈ, ਮੈਂ ਕਿਹੜੀ ਚੋਰੀ ਕੀਤੀ ਹੈ। ਕਹਿੰਦੇ ਵਕਤ ਪਾਤਾ ਸਾਡੀ ਜਾਨ ਜੋਗਾ, ਕਹਿੰਦੇ ਸਮਾਨ ਰਾਤੀ ਕਿੱਥੇ ਰੱਖੀ ਦਾ, ਸਵੇਰੇ ਕਿੱਥੇ ਹੁੰਦਾ ਹੈ। ਕਹਿੰਦੇ ਤੁਸੀਂ ਮੈਨੂੰ ਇਹ ਦੱਸੋ ਕਿਸੇ ਇੱਕ ਬੰਦੇ ਦਾ ਵੀ ਸਮਾਨ ਘਟਿਆ, ਕੋਈ ਸੂਈ ਵੀ ਘਟੀ ਹੈ। ਕਹਿੰਦੇ ਸੂਈ ਨਹੀਂ ਘਟੀ, ਪਰ ਇਹ ਤੂੰ ਕਰਦਾ ਕੀ ਪਿਆ, ਇੱਧਰ ਦਾ ਉੱਧਰ, ਉੱਧਰ ਦਾ ਉੱਧਰ। ਕਹਿੰਦਾ ਮੈਂ ਚੋਰੀ ਨਾ ਕਰਨ ਦੀ ਕਸਮ ਖਾਈ ਸੀ, ਪਰ ਮੈਂ ਹੁਣ ਤੁਹਾਡੀ ਕਸਮ ਪਿੱਛੇ ਆਪਣੀ ਪ੍ਰੈਕਟਿਸ ਥੋੜ੍ਹੀ ਛੋੜ ਦਾਂਗਾ। ਵੀ ਮੈਂ ਤਾਂ ਪ੍ਰੈਕਟਿਸ ਕਰਨੀ ਹੈ ਨਾ ਆਪਣੀ, ਵੀ ਤੁਹਾਡੇ ਤੀਰਥਾਂ ਕਰਕੇ ਮੈਂ ਪ੍ਰੈਕਟਿਸ, ਮੈਂ ਚੋਰੀ ਨਹੀਂ ਕੀਤੀ, ਮੈਂ ਬਸ ਪ੍ਰੈਕਟਿਸ। ਬਸ ਉਹ ਜਿਹੜੀ ਬਾਣ ਹੈ ਨਾ ਅੰਦਰ ਕਿ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ, ਕਹਿੰਦਾ ਮੈਂ ਪ੍ਰੈਕਟਿਸ ਥੋੜ੍ਹੀ ਛੱਡਦਾ ਹਾਂ, ਪਰ ਮੈਂ ਚੋਰੀ ਨਹੀਂ ਕੀਤੀ। ਤਿਆਰੀ ਪੂਰੀ ਦਿਖਾਈ ਉਹਨੇ ਪਰ ਚੋਰੀ ਨਹੀਂ ਕੀਤੀ। ਪਰ ਆਦਤ ਤੋਂ ਬੰਦਾ ਮਜਬੂਰ ਹੁੰਦਾ ਹੈ। ਸੱਚ ਇਹ ਹੈ, ਬਾਬਾ ਸ਼ੇਖ ਫਰੀਦ ਕਹਿੰਦੇ ਹੈ ਅੰਦਰ ਵਿਕਾਰਾਂ ਦੀ ਆਦਤ ਹੈ, ਅੰਦਰ ਮਹਾ ਬਾਣ ਹੈ, ਭੈੜੇ ਖਿਆਲਾਂ ਦੀ ਚਿੱਕੜ ਹੈ ਅੰਦਰ, ਅਤੇ ਬਾਹਰੋਂ ਅਸੀਂ ਧਰਮੀ ਬਣੇ ਫਿਰਦੇ ਹਾਂ ਬੋਲ ਚਾਲ ਕਰਕੇ। ਫਰੀਦਾ ਕੰਨ ਮੁਸੱਲਾ ਸੂਫ ਗੱਲ, ਦਿਲ ਕਾਤੀ ਦਿਲ ਵਿੱਚ ਕੈਂਚੀ ਲਈ ਫਿਰਦੇ ਹਾਂ। ਗੁੜਵਾਤ ਅਤੇ ਮੂੰਹ ਤੋਂ ਬੋਲਦੇ ਹਾਂ ਬੱਲੇ ਬੱਲੇ ਬੱਲੇ, ਇੰਨਾ ਮਿੱਠਾ, ਹਾ ਹਾ ਹਾ, ਇਹਦੀ ਆਵਾਜ਼ ਬੜੀ ਚੰਗੀ ਲੱਗਦੀ ਹੈ, ਇਹਦੀ ਬੋਲ ਚਾਲ ਬੜੀ। ਕਾਇਲ ਹੋ ਜਾਂਦਾ ਬੰਦਾ, ਕਹਿੰਦਾ ਮੈਂ ਤੇ ਛਾਲ ਮਾਰਦਾ ਜੇ ਇਹ ਬੋਲੇ, ਮੈਂ ਤੇ 7ਵੀਂ ਮੰਜ਼ਿਲ ਤੋਂ ਛਾਲ ਮਾਰਦਾ ਜੇ ਇੱਕ ਵਾਰੀ ਕਹੇ ਤਾਂ ਸਹੀ, ਇਹਦਾ ਬੋਲਣਾ ਇੰਨਾ ਮਿੱਠਾ ਹੈ। ਪਰ ਬਾਬਾ ਫਰੀਦ ਕਹਿੰਦੇ ਅੰਦਰ ਝਾਕ ਲਿਓ ਕੀ ਹੈ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ,
ਆਪ ਨੜੇ ਗਿਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਸੂਫੀ ਕਹਾਉਣਾ ਬਹੁਤ ਔਖਾ ਤੇ ਮੁਸ਼ਕਿਲ ਹੈ, ਭੇਖ ਦਾ ਨਾਮ ਨਹੀਂ। ਸੰਤ ਕਹਾਉਣਾ ਭੇਖ ਦਾ ਨਾਮ ਨਹੀਂ। ਸਾਧ ਕਹਾਉਣਾ ਭੇਖ ਨਹੀਂ ਹੈ। ਗੁਰਮੁਖ ਬ੍ਰਹਮ ਗਿਆਨੀ ਗੁਰਸਿੱਖ ਇਹ ਭੇਖ ਨਹੀਂ ਹੈ, ਇਹ ਕਮਾਈ ਹੈ। ਫਰੀਦ ਸਾਹਿਬ ਕਹਿੰਦੇ, ਕਿਉਂਕਿ ਪਿਛਲਾ ਸ਼ਲੋਕ ਨਾਲ ਲੈ ਲਈਏ, ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਭਰਾਂਦ। ਭਰਾਂਦ ਕਹਿੰਦੇ ਹੈ ਭਰਮ ਭਟਕਣਾ, ਮਨ ਭਜਦਾ ਫਿਰਦਾ। ਤੇ ਅਸੀਂ ਕਹਿੰਦੇ ਹਾਂ ਦਰਵੇਸ਼ ਆ। ਦਰਵੇਸ਼ ਤੇ ਹੋਣਾ ਬੜਾ ਮੁਸ਼ਕਿਲ ਹੈ। ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜੀ ਰਾਂਦ। ਜੀ ਰਾਂਦ ਦਾ ਮਤਲਬ ਜਰ ਲੈਣ ਵਾਲਾ, ਜਿਹੜਾ ਦੁੱਖ ਸੁੱਖ ਜਰ ਲੇ, ਰੱਬ ਦਾ ਹੁਕਮ ਜਰ ਲੇ ਨਾ, ਤੇਰਾ ਕੀਆ ਮੀਠਾ ਲਾਗੇ, ਉਹ ਹੈ ਦਰਵੇਸ਼। ਤੱਤੀ ਤਵੀ ਤੇ ਬੈਠ ਕੇ ਆਖੇ ਉਲਾਨੋ ਮੈਂ ਕਾਹੂ ਨਾ ਕੀਓ, ਮਨ ਮੀਠ ਤੁਹਾਰੋ। ਮਨ ਮੀਠ ਤੁਹਾਰੋ ਕੀਓ ਦਾ ਮਤਲਬ ਪਤਾ ਕੀ ਹੈ? ਮਨ ਵਿੱਚ ਉਹੀ ਮਿੱਠਾ ਲੱਗਦਾ ਜੋ ਵਾਹਿਗੁਰੂ ਤੂੰ ਕਰ ਰਿਹਾ, ਪਰ ਮੈਂ ਕਦੀ ਉਲਾਮਾ ਨਹੀਂ ਦੇਵਾਂਗਾ। ਉਲਾਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਧੰਨ ਗੁਰੂ ਅਰਜਨ ਦੇਵ ਜੀ। ਤੇ ਕੱਲ ਜ਼ਿਕਰ ਕੀਤਾ ਸੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਨੇ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਦਰਵੇਸ਼ ਨੇ ਗੁਰੂ ਗੋਬਿੰਦ ਸਿੰਘ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਇਹ ਹੈ ਗੁਰੂ ਗੋਬਿੰਦ ਸਿੰਘ ਦਰਵੇਸ਼ੀ। ਚਾਰ ਸ਼ੁੱਧ ਕੇ ਚੂ ਬਚ ਗਿਆ ਕੁਸ਼ਤਾ ਚਾਰ ਕੇ, ਬਾਕੀ ਬੇਮਾਇਦ ਪੇਚੀਦਾ ਹਮਾਰ। ਕੀ ਹੋਇਆ ਜੇ ਚਾਰ ਪੁੱਤਰ ਸ਼ਹੀਦ ਹੋ ਗਏ? ਇਹ ਹੈ ਦਰਵੇਸ਼। ਉਲਾਨੋ ਮੈਂ ਕਾਹੂ ਨਾ ਕੀਓ। ਦਰਵੇਸ਼ਾਂ ਨੂੰ ਲੋੜੀਆ ਰੁੱਖਾਂ ਦੀ ਜੀਰਾਂਦ। ਜੀਰਾਂਦ ਦਾ ਮਤਲਬ ਜਰ ਲੈਣਾ, ਤੇ ਜਿਹੜਾ ਜਰ ਲੈਂਦਾ ਉਹ ਦਰਵੇਸ਼ ਹੈ। ਤੇ ਬਾਬਾ ਫਰੀਦ ਕਹਿੰਦੇ ਕਿੱਥੇ ਮੇਰਾ ਭੇਖ ਵੇਖ ਕੇ ਨਾ ਮੈਨੂੰ ਦਰਵੇਸ਼ ਸਮਝ ਲਿਓ। ਦਰਵੇਸ਼ ਹੋਣਾ ਬੜਾ ਮੁਸ਼ਕਿਲ ਹੈ। ਫਰੀਦਾ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ। ਦੂਜਾ ਸਲੋਕ ਹੈ, ਕਹਾਉਂਦਾ ਮੈਂ ਦਰਵੇਸ਼ ਹਾਂ ਤੇ ਚਾਲ ਮੈਂ ਦੁਨੀਆ ਵਾਲੀ ਤੁਰਿਆ ਹੋਇਆ। ਵਾਹ ਜੀ ਵਾਹ, ਕਾਹਦਾ ਦਰਵੇਸ਼ ਹੈ। ਬਨ ਉਠਾਈ ਪੋਟਲੀ ਕਿੱਥੇ ਵਈਆਂ ਘੱਤ। ਜਿਹੜੀ ਦੁਨੀਆ ਦੀ ਪੰਡ ਸਿਰ ਤੇ ਚੱਕੀ ਫਿਰਦਾ, ਬਾਬਾ ਫਰੀਦ ਕਹਿੰਦੇ ਜਿਹੜੀ ਦੁਨੀਆ ਦੀ ਪੰਡ ਚੱਕੀ ਕਿੱਥੇ ਰੱਖੇਗਾ? ਪਹਿਲਾਂ ਰੱਖ, ਫਿਰ ਦਰਵੇਸ਼ੀ ਕਮਾ। ਉਸ ਪੰਡ ਦੇ ਵਿੱਚ ਦੁੱਖ ਸੁੱਖ ਭਰੇ ਫਿਰੇ ਨੇ। ਲੋਕਾਂ ਦੇ ਉਲਾਹਨੇ ਫਲਾਣਾ ਮਿਲੇਗਾ ਤੇ ਮੈਂ ਉਹਨੂੰ ਦੱਸੂਗਾ, ਉਹਨੇ ਮੇਰੀ 10 ਸਾਲ ਪਹਿਲਾਂ ਬਦਖੋਈ ਕੀਤੀ ਸੀ। ਆਹ ਜਿਹੜੀਆਂ ਪੰਡਾਂ ਭਰੀਆਂ ਹੋਈਆਂ ਨੇ। ਬੰਨ ਉਠਾਈ ਪੋਟਲੀ ਕਹਿੰਦੇ ਉਹ ਤੇ ਸਿਰ ਤੇ ਚੱਕੀ ਫਿਰਦੀ ਹੈ। ਕਿਸ ਥੈ ਵਈਆਂ ਘੱਤ, ਕਿੱਥੇ ਰੱਖੇਗਾ ਉਹ ਪੋਟਲੀ? ਪੋਟਲੀ ਰੱਖੇਗਾ, ਪੰਡ ਰੱਖੇਗਾ ਤਾਂ ਦਰਵੇਸ਼ ਕਹਾਏਗਾ। ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ। ਕਾਲੇ ਦਾ ਜ਼ਿਕਰ ਹੈ, ਸੂਫੀ ਦਾ ਵਸਤਰ ਪਾਇਆ ਹੋਇਆ ਹੈ। ਮੈਂ ਕਾਲੀ ਕਮਲੀ ਓੜੀ ਹੈ, ਕਿਉਂਕਿ ਕਾਲੀ ਕਮਲੀ ਸੂਫੀ ਵਸਤਰ ਦੀ ਨਿਸ਼ਾਨੀ ਹੈ। ਇਹ ਬਾਬਾ ਸ਼ੇਖ ਫਰੀਦ ਨੇ ਹੀ ਆਪਣੇ ਸਲੋਕਾਂ 'ਚ ਆਖਿਆ। ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹ, ਚਲਾ ਤਾਂ ਭਿੱਜੈ ਕਮਲੀ। ਇਹ ਕਾਲੀ ਕਮਲੀ ਸੂਫ ਦਾ ਮਤਲਬ ਹੈ। ਚਿਸ਼ਤੀ ਪਰੰਪਰਾ ਦੀ ਸ਼ੁਰੂਆਤ ਜਿਹੜੀ ਹੋਈ ਹੈ, ਇਹ ਹੋਈ ਹੈ ਖਵਾਜਾ ਮੁਇਨੁਦੀਨ ਸ਼ਖਸੀ। ਖਵਾਜਾ ਮੁਇਨੁਦੀਨ ਸ਼ਖਸੀ ਬਾਬਾ ਸ਼ੇਖ ਫਰੀਦ ਦੇ ਦਾਦਾ ਮੁਰਸ਼ਦ ਨੇ। ਉਹਨਾਂ ਨੂੰ ਨਮਸਕਾਰ ਹੈ। ਹਰ ਇੱਕ ਸਿੱਖ ਬਾਬਾ ਸ਼ੇਖ ਫਰੀਦ ਨੂੰ ਨਮਸਕਾਰ ਕਰਦਾ ਹੈ, ਉਹਨਾਂ ਦੇ ਮੁਰਸ਼ਦ ਨੂੰ ਵੀ ਨਮਸਕਾਰ ਹੈ। ਕਿਉਂਕਿ ਜੋ ਅੱਜ ਬਾਬਾ ਸ਼ੇਖ ਫਰੀਦ ਅਸੀਂ ਪੜ੍ਹ ਰਹੇ ਹਾਂ ਨਾ, ਜੇ ਮੁਇਨੁਦੀਨ ਚਿਸ਼ਤੀ ਦੀ ਸ਼ਰਨ ਵਿੱਚ ਬਾਬਾ ਫਰੀਦ ਨਾ ਜਾਂਦੇ ਤੇ ਕਿੱਥੋਂ ਹੁੰਦੇ ਬਾਬਾ ਫਰੀਦ? ਖਵਾਜਾ ਮੁਇਨੁਦੀਨ ਚਿਸ਼ਤੀ ਤੋਂ ਇਹ ਚਿਸ਼ਤੀ ਪਰੰਪਰਾ ਦੀ ਸ਼ੁਰੂਆਤ ਹੋਈ ਹੈ। ਖਵਾਜਾ ਮੁਇਨੁਦੀਨ ਚਿਸ਼ਤੀ ਦਾ ਗੱਦੀ ਨਸ਼ੀਨ ਜਿਹੜਾ ਹੈ, ਉਹਦਾ ਨਾਮ ਹੈ ਕੁਤਬਦੀਨ ਬਖਤਿਆਰ ਕਾਕੀ। ਕੁਤਬਦੀਨ ਬਖਤਿਆਰ ਕਾਕੀ ਮੁਇਨੁਦੀਨ ਸ਼ਖਸੀ ਦੇ ਚੇਲੇ ਨੇ। ਕੁਤਬਦੀਨ ਬਖਤਿਆਰ ਕਾਕੀ ਦਾ ਜਿਹੜਾ ਸ਼ਾਗਿਰਦ ਬਣਿਆ ਉਹ ਸ਼ੇਖ ਫਰੀਦੁਦੀਨ ਸ਼ੱਕਰਗੰਜ ਜੀ ਬਣੇ ਨੇ। ਸੋ ਸ਼ੇਖ ਫਰੀਦੁਦੀਨ ਦੇ ਮੁਰਸ਼ਦ ਨੇ ਕੁਤਬਦੀਨ ਬਖਤਿਆਰ ਕਾਕੀ, ਤੇ ਦਾਦਾ ਮੁਰਸ਼ਦ ਨੇ ਮੁਇਨੁਦੀਨ ਚਿਸ਼ਤੀ, ਜਿਹੜੀ ਸ਼ਖਸੀ ਆਖਿਆ ਮੁਇਨੁਦੀਨ ਸ਼ਖਸੀ ਚਿਸ਼ਤੀ ਪਰੰਪਰਾ ਦੇ ਬਾਨੀ। ਇਹ ਪਰੰਪਰਾ ਸਾਰੀ 11 ਦੀ 11 ਗਿਣਤੀ ਤੱਕ ਸਾਨੂੰ ਮਿਲਦੀ ਹੈ ਉਂਗਲਾਂ ਦੇ ਪੋਟਿਆਂ 'ਤੇ। 3 ਕਿਤਾਬਾਂ ਸਾਡੇ ਸਾਹਮਣੇ ਲੈ ਕੇ ਆਏ ਸਨ ਪ੍ਰੋਫੈਸਰ ਪ੍ਰੀਤਮ ਸਿੰਘ ਜੀ।
ਤਿੰਨੋਂ ਕਿਤਾਬਾਂ ਵਿੱਚੋਂ ਸਭ ਤੋਂ ਇੰਪੋਰਟੈਂਟ ਕਿਤਾਬ ਹੈ ਫਵਾਇਦੁਲ ਫੁਆਦ। 1308 ਦਾ ਲਿਖਿਆ ਹੋਇਆ ਗ੍ਰੰਥ ਹੈ, ਜਿਹੜਾ ਬਾਬਾ ਸ਼ੇਖ ਫਰੀਦ ਜੀ ਦੇ ਜੀਵਨ ਦਾ ਅਸਲ ਗ੍ਰੰਥ ਹੈ। ਕਿਉਂਕਿ ਪੰਜਾਬੀ ਦੇ ਜਿੰਨੇ ਰਾਈਟਰ ਅਤੇ ਲਿਟਰੇਰੀ ਸਨ ਨਾ, ਲਿਟਰੇਚਰ 'ਤੇ ਕੰਮ ਕਰਨ ਵਾਲੇ ਸਨ, ਜਿੰਨਾ ਬਾਬਾ ਸ਼ੇਖ ਫਰੀਦ ਦੇ ਨਾਮ ਦਾ ਭੰਬਲ ਪੂਸਾ ਪਾਇਆ ਉਹ ਕਿਸੇ ਹੋਰ ਬਾਰ ਦੇ ਨਹੀਂ ਪਾਇਆ, ਸਾਡੇ ਆਪਣਿਆਂ ਵਿਦਵਾਨਾਂ ਨੇ ਪਾਇਆ। ਪਰ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਜੇਰਾ ਕਰਕੇ ਐ ਸਿਰ ਕੱਢ ਕੇ ਇੱਕ ਕਿਤਾਬ ਲਿਖੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਾ ਸ਼ੇਖ ਫਰੀਦ ਦੀ ਭਾਲ। ਇਹ ਬੜੀ ਪਿਆਰੀ ਕਿਤਾਬ ਹੈ, ਕਿਉਂਕਿ ਸ਼ੇਖ ਫਰੀਦ ਬਹੁਤ ਹੋਏ ਨੇ, ਪਰ ਅਸਲ ਸ਼ੇਖ ਫਰੀਦ ਕੌਣ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੇ। ਉਹ ਕਿਤਾਬ ਹੈ, ਦੋ ਕਿਤਾਬਾਂ ਮੈਂ ਅੱਜ ਦੇ ਕਥਾ ਦਾ ਆਧਾਰ ਰੱਖੀਆਂ ਨੇ। ਪਹਿਲੀ ਕਿਤਾਬ ਫਵਾਇਦੁਲ ਫਵਾਦ, ਜਿਹਦਾ ਪੰਜਾਬੀ ਦਾ ਅਰਥ ਹੈ ਦਿਲਾਂ ਲਈ ਰਾਹਤ। ਕੋਈ ਦੁਖੀਆ, ਕੋਈ ਦੀਨ, ਕੋਈ ਦਰਦ ਦੇ ਵਿੱਚ ਬਾਬਾ ਸ਼ੇਖ ਫਰੀਦ ਦੀ ਬਾਣੀ ਪੜ੍ਹੇਗਾ ਨਾ, ਉਹਦੇ ਦਿਲ ਨੂੰ ਰਾਹਤ ਜ਼ਰੂਰ ਮਿਲੇਗੀ। ਇਹ ਸੱਚ ਹੈ। ਇਸ ਕਰਕੇ ਕਿਤਾਬ ਦਾ ਨਾਮ ਹੈ ਦਿਲਾਂ ਲਈ ਰਾਹਤ, ਪ੍ਰੋਫੈਸਰ ਪ੍ਰੀਤਮ ਸਿੰਘ। 2007 ਦੇ ਵਿੱਚ ਇਹ ਕਿਤਾਬ ਛਪੀ ਹੈ। 2004 ਤੱਕ ਉਹਨਾਂ ਨੇ ਕੰਪਲੀਟ ਕੀਤੀ ਸੀ। 1972 ਦੇ ਵਿੱਚ ਇਸ ਕਿਤਾਬ ਦਾ ਕੰਮ ਸੰਪੂਰਨ ਕਰ ਲਿਆ ਸੀ। 1962 ਦੇ ਵਿੱਚ ਇਸ ਕਿਤਾਬ ਦੀ ਖੋਜ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਸ਼ੁਰੂ ਕੀਤੀ ਸੀ। ਅਜਮੇਰ ਦੀ ਲਾਇਬ੍ਰੇਰੀਆਂ, ਇੱਥੋਂ ਤੱਕ ਹੈਦਰਾਬਾਦ ਦੀ ਲਾਇਬ੍ਰੇਰੀਆਂ, ਜਿੱਥੇ ਜਿੱਥੇ ਵੀ ਇਹ ਫਾਰਸੀ ਲਿਟਰੇਚਰ ਸੀ, ਪ੍ਰੋਫੈਸਰ ਪ੍ਰੀਤਮ ਸਿੰਘ ਨੇ ਜਾ ਕੇ ਬੜੀ ਮਿਹਨਤ ਨਾਲ ਇਹ ਕੰਮ ਕੀਤਾ ਅਤੇ ਸਾਡੇ ਸਾਹਮਣੇ ਪਹੁੰਚਿਆ। ਫਵਾਇਦੁਲ ਫਵਾਦ ਅਤੇ ਦੂਸਰੀ ਕਿਤਾਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਬਾਬਾ ਸ਼ੇਖ ਫਰੀਦ ਦੀ ਭਾਲ, ਕਿ ਅਸਲ ਫਰੀਦ ਕੌਣ ਨੇ। ਅਤੇ ਇਹ ਨੇ ਜਿਨ੍ਹਾਂ ਦੇ ਦਾਦਾ ਮੁਰਸ਼ਦ ਹੋਏ ਨੇ ਸ਼ੇਖ ਮੁਇਨੁਦੀਨ ਸ਼ਖਸੀ ਚਿਸ਼ਤੀ ਪਰੰਪਰਾ ਦੇ ਬਾਨੀ, ਜਿਨ੍ਹਾਂ ਦੇ ਚੇਲੇ ਹੋਏ ਨੇ ਕੁਤਬੁਦੀਨ ਬਖਤਿਆਰ ਕਾਕੀ, ਫਿਰ ਜਿਨ੍ਹਾਂ ਦੇ ਚੇਲੇ ਹੋਏ ਨੇ ਸ਼ੇਖ ਫਰੀਦੁਦੀਨ ਸ਼ੱਕਰਗੰਜ, ਜਿਨ੍ਹਾਂ ਦੀ ਬਾਣੀ ਨੂੰ ਅਸੀਂ ਸਿਜਦਾ ਕਰ ਰਹੇ ਹਾਂ। ਫਿਰ ਉਹਨਾਂ ਦੇ ਅੱਗੇ ਚੇਲੇ ਹੋਏ ਨੇ ਜਿਹਨੂੰ ਅਸੀਂ ਹਜ਼ਰਤ ਨਿਜ਼ਾਮੁਦੀਨ ਔਲੀਆ ਆਖਦੇ ਹਾਂ। ਫਿਰ ਉਹਨਾਂ ਦੇ ਅੱਗੇ ਸ਼ਿਸ਼ੇ ਹੋਏ ਨੇ ਸ਼ੇਖ ਹਸਨ ਦਹਿਲਵੀ। ਸੋ ਇਹ ਸਾਰੀ ਲੜੀ ਹੈ, ਸਮਾਂ ਇਜਾਜ਼ਤ ਨਹੀਂ ਦਿੰਦਾ। ਅਤੇ 11ਵਾਂ ਜਿਹੜਾ ਗੱਦੀ ਨਸ਼ੀਨ ਹੋਇਆ ਸ਼ੇਖ ਬ੍ਰਹਮ, ਜਿਨ੍ਹਾਂ ਤੋਂ ਗੁਰੂ ਨਾਨਕ ਸਾਹਿਬ ਬਾਬਾ ਸ਼ੇਖ ਫਰੀਦ ਦੀ ਬਾਣੀ ਲੈ ਕੇ ਆਏ ਨੇ। ਇਹ ਹੈ ਸਾਰੀ ਕਮਾਈ ਸਾਡੇ ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਦੀ ਜਾਂ ਸਾਡੇ ਵਿਦਵਾਨਾਂ ਦੀ ਕੀਤੀ ਹੋਈ। ਜਦ ਕਿਤਾਬ ਸ਼ੁਰੂ ਕਰਦੇ ਹੈ ਤਾਂ ਪ੍ਰੋਫੈਸਰ ਪ੍ਰੀਤਮ ਸਿੰਘ ਇੱਕ ਗੱਲ ਬੜੀ ਦਰਦ ਦੇ ਵਿੱਚ ਲਿਖਦੇ ਹੈ ਕਿ ਇਹ ਲਿਟਰੇਚਰ 1308 ਦਾ ਲਿਖਿਆ ਗਿਆ ਜਾ ਚੁੱਕਾ ਸੀ। 1308 ਗੁਰੂ ਨਾਨਕ ਸਾਹਿਬ ਤੋਂ ਕਿੰਨਾ ਪਹਿਲਾਂ। ਅਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਣ ਵਾਲੇ ਜਾਂ ਜਨਮ ਸਾਖੀਆਂ ਜਾਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਮਕਾਲੀ ਸਿੱਖ ਸਨ, ਉਹਨਾਂ ਦੇ ਹੱਥ ਇਹ ਲਿਟਰੇਚਰ ਨਹੀਂ ਲੱਗਾ। ਕਿਉਂ ਨਹੀਂ ਲੱਗਾ? ਉਹਦਾ ਇੱਕੋ ਕਾਰਨ ਸੀ ਕਿ ਮੁਗਲ ਸਲਤਨਤ ਦਾ, ਬਾਬਰ ਦਾ ਸਿੱਖ ਅਤੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਨਫ਼ਰਤ ਕਰਨਾ। ਇਸ ਕਰਕੇ ਸਿੱਖਾਂ ਦੇ ਵਿਦਵਾਨਾਂ ਦੇ ਮਨ ਦੇ ਵਿੱਚ ਵੀ ਉਸ ਲਿਟਰੇਚਰ ਤੋਂ ਪਰਹੇਜ਼ਗੀ ਰਹੀ ਹੈ। ਪਰ ਬਾਅਦ ਦੇ ਵਿੱਚ ਜਦ ਇਹ ਫਾਰਸੀ ਅਤੇ ਪਰਸ਼ੀਅਨ ਲਿਟਰੇਚਰ ਦੀ ਖੋਜ ਕੀਤੀ ਗਈ, ਸੋ ਇਹ ਸਭ ਤੋਂ ਆਥੈਂਟਿਕ ਫਵਾਇਦੁਲ ਫਵਾਦ ਹੈ। ਇਹਦੀ ਗਾਥਾ ਬੜੀ ਪਿਆਰੀ ਹੈ ਜੀ, ਕਿਉਂਕਿ ਜਿੰਨਾ ਬਾਬਾ ਫਰੀਦ ਦਾ ਲਿਟਰੇਚਰ ਜਾਦੂ ਟੂਣਿਆਂ ਵਾਲਾ ਮਿਲਦਾ ਹੈ ਨਾ, ਉਹ ਸਿੱਖ ਦੀ ਮੱਤ ਨੂੰ ਖਿੰਡਾਉਂਦਾ। ਬਹੁਤ ਜ਼ਿਆਦਾ ਲਿਟਰੇਚਰ ਮਿਲਦਾ ਬਾਬਾ ਫਰੀਦ ਦਾ, ਪਰ ਬਾਬਾ ਫਰੀਦ ਨੂੰ ਸ਼ਖਸੀ ਤਾਕਤ ਅਤੇ ਰਿੱਧੀਆਂ ਸਿੱਧੀਆਂ ਵਾਲਾ ਆਖਿਆ ਗਿਆ, ਪਰ ਬਾਣੀ ਵਾਲੇ ਬਾਬਾ ਫਰੀਦ ਕਦੀ ਵੀ ਰਿੱਧੀਆਂ ਸਿੱਧੀਆਂ ਵਾਲੇ ਨਹੀਂ। ਉਹ ਤਾਂ ਇਸ ਤਰ੍ਹਾਂ ਨੇ ਕਿ ਜਿਸ ਤਰ੍ਹਾਂ ਅਸੀਂ ਕਹਿੰਦੇ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਇਹਦੇ ਵਿੱਚ ਕੋਈ ਰਿੱਧੀ ਸਿੱਧੀ ਨਹੀਂ ਹੈ। ਬਾਬਾ ਫਰੀਦ ਗੁਰਬਾਣੀ ਵਾਲੇ ਤੇ ਉਹ ਨੇ। ਕੱਲ੍ਹ ਵੀ ਮੈਂ ਜ਼ਿਕਰ ਕੀਤਾ ਸੀ ਕਿ ਬਾਬਾ ਫਰੀਦ ਦੀ ਇਸ ਕਿਤਾਬ ਦੇ ਫਵਾਇਦੁਲ ਫਵਾਦ ਦੇ 4 ਹਿੱਸੇ ਪ੍ਰੀਤਮ ਸਿੰਘ ਨੇ ਬਣਾਇਆ। ਪਹਿਲੇ ਹਿੱਸੇ ਦੇ ਵਿੱਚ ਬੈਠਕਾਂ ਨੇ ਕਿ ਬਾਬਾ ਫਰੀਦ ਬੈਠੇ ਨੇ, ਨਾਲ ਹਜ਼ਰਤ ਨਿਜ਼ਾਮੁਦੀਨ ਬੈਠੇ ਨੇ। ਜੋ ਹਜ਼ਰਤ ਨਿਜ਼ਾਮੁਦੀਨ ਨੇ ਬਾਬਾ ਫਰੀਦ ਨੂੰ ਵੇਖਿਆ ਸਾਰੀ ਉਮਰ, ਉਹੀ ਹਜ਼ਰਤ ਨਿਜ਼ਾਮੁਦੀਨ ਨੇ ਬੋਲ ਕੇ ਆਖਿਆ। ਜੋ ਬੋਲਿਆ ਹਸਨ ਦਹਿਲਵੀ ਨੇ ਨਿਜ਼ਾਮੁਦੀਨ ਕੋਲ ਬੈਠ ਕੇ ਉਹ ਸਾਰਾ ਕੁਝ ਲਿਖਿਆ। ਹਜ਼ਰਤ ਨਿਜ਼ਾਮੁਦੀਨ ਬਹੁਤ ਵੱਡੀ ਸ਼ਖਸੀਅਤ ਹੋਈ ਹੈ, ਅਤੇ ਹਜ਼ਰਤ ਨਿਜ਼ਾਮੁਦੀਨ ਦੇ ਸਭ ਤੋਂ ਵੱਡੇ
ਜਿਹੜੇ ਉਹਨਾਂ ਦੇ ਚੇਲੇ ਹੋਏ ਨੇ ਜਾਂ ਉਹਨਾਂ ਦੇ ਮੁਰੀਦ ਹੋਏ ਨੇ, ਉਹਨਾਂ ਦੇ ਮੁਰੀਦਾਂ ਵਿੱਚ ਸਭ ਤੋਂ ਉੱਤੇ ਨਾਮ ਜਿਹੜਾ ਆਉਂਦਾ ਉਹ ਅਮੀਰ ਖੁਸਰੋ ਦਾ ਆਉਂਦਾ। ਬਾਬਾ ਜੀ ਜਾਣਦੇ ਹੋਣਗੇ ਕਿ ਫਾਰਸੀ ਲਿਖਤ ਦੇ ਵਿੱਚ ਅਮੀਰ ਖੁਸਰੋ ਦਾ ਮੁਕਾਬਲਾ ਨਹੀਂ ਹੈ। ਉਰਦੂ ਅਤੇ ਪੰਜਾਬੀ ਦੀ ਲਿਖਤ ਵਿੱਚ ਅਮੀਰ ਖੁਸਰੋ ਨੂੰ ਕੋਈ ਨਹੀਂ ਹਰਾ ਸਕਿਆ। ਸੰਗੀਤ ਦੇ ਰਾਗਾਂ ਦੀ ਬਣਤਰ ਅਮੀਰ ਖੁਸਰੋ ਨੇ ਕੀਤੀ ਹੈ, ਅਤੇ ਇੱਥੋਂ ਤੱਕ ਪਖਾਵਜ ਤੋਂ ਤਬਲਾ ਜਿਹੜਾ ਬਣਿਆ ਹੈ ਨਾ, ਉਹਦੀ ਵੀ ਕੜੀ ਜਿਹੜੀ ਜੁੜਦੀ ਹੈ ਉਹ ਅਮੀਰ ਖੁਸਰੋ ਦੇ ਨਾਲ ਜੁੜਦੀ ਹੈ। ਐਡਾ ਵੱਡਾ ਸ਼ਖਸ ਅਮੀਰ ਖੁਸਰੋ, ਉਹ ਬਾਬਾ ਸ਼ੇਖ ਫਰੀਦ ਦਾ ਮੁਰੀਦ ਹੋਇਆ। ਇਹ ਮੈਂ ਸਿਰਫ ਇਸ਼ਾਰੇ ਮਾਤਰ ਤੁਹਾਨੂੰ ਦੱਸ ਰਿਹਾ। ਐਸੇ ਇੰਨੇ ਮੁਰੀਦ ਨੇ ਬਾਬਾ ਸ਼ੇਖ ਫਰੀਦ ਦੇ, ਜਿਹੜੇ ਜਿਸ ਬਾਬਤ ਪੜ੍ਹਿਆ ਸਾਡੇ ਕੰਨਾਂ ਨੂੰ ਹੱਥ ਲੱਗਦਾ ਹੈ, ਵਾਹ ਧੰਨ ਗੁਰੂ ਨਾਨਕ ਸਾਹਿਬ, ਕਿੱਡੀ ਕਮਾਈ ਹੈ ਤੁਹਾਡੀ ਕਿ ਤੁਸੀਂ ਬਾਬਾ ਫਰੀਦ ਨੂੰ ਵੀ ਸਾਡੇ ਕੋਲ ਲੈ ਕੇ ਆਏ। ਜੇ ਨਾ ਲਿਆਉਂਦੇ ਤਾਂ ਅਸੀਂ ਵਾਂਝੇ ਰਹਿੰਦੇ, ਸਾਡੇ ਦਿਲਾਂ ਨੂੰ ਕਿੱਥੇ ਰਾਹਤ ਮਿਲਣੀ ਸੀ। ਆਓ ਸਲੋਕ ਪੜ੍ਹੀਏ ਅਤੇ ਨਾਲ ਗਾਥਾ ਪੜ੍ਹੀਏ। ਥੋੜ੍ਹਾ ਮੈਂ ਪਿਛੋਕੜ ਦੱਸਿਆ, ਜ਼ਰੂਰੀ ਸੀ, ਕਿਉਂਕਿ ਮੇਰਾ ਫਰਜ਼ ਸੀ ਕਿ ਮੈਂ ਯੂਨੀਵਰਸਿਟੀਆਂ 'ਚ ਰਿਹਾ, ਅਤੇ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਵਿੱਚ ਬਹੁਤ ਸਮਾਂ ਸਤਿਗੁਰ ਦੀ ਕਿਰਪਾ ਨਾਲ, ਮਤਲਬ ਇਉਂ ਸਮਝੋ 6 ਸਾਲਾਂ ਵਿੱਚੋਂ 3.5 ਸਾਲ ਮੇਰੇ ਲਾਇਬ੍ਰੇਰੀ ਵਿੱਚ ਹੀ ਬਤੀਤ ਹੋਏ ਨੇ। ਮੈਂ ਇਹ ਕੋਈ ਦਾਵਾ ਨਹੀਂ, ਕੋਈ ਵਿਦਵਤਾ ਨਹੀਂ। ਪ੍ਰੋਫੈਸਰ ਪ੍ਰੀਤਮ ਸਿੰਘ ਰੇਅਰ ਸੈਕਸ਼ਨ ਹੈ, ਉਹਦੇ ਵਿੱਚ ਪਹਿਲੀ ਵਾਰ ਮੈਨੂੰ ਇਹ ਫਵਾਇਦੁਲ ਫਵਾਦ ਲਿਟਰੇਚਰ ਜਿਹੜੀ ਕਿਤਾਬ ਸੀ ਨਾ, ਉਹ ਹੱਥ ਆਈ ਸੀ ਓਰੀਜਨਲ। ਇਸ ਤੋਂ ਬਾਅਦ ਮਹਾਨੂਸ ਮੌਲਵੀ ਇੱਕ ਬਾਬਾ ਫਰੀਦ ਦੇ ਲਈ ਜੀਵਨ ਦੀ ਕਿਤਾਬ ਹੈ, ਇੱਕ ਕਿਤਾਬ ਹੋਰ ਹੈ। ਉਹ 3 ਕਿਤਾਬਾਂ। ਖੈਰ, ਬਾਬਾ ਸ਼ੇਖ ਫਰੀਦ ਜੀ ਕਹਿੰਦੇ ਹੈ ਕਿ ਬਸਤਰ ਅਸੀਂ ਸੂਫੀ ਪਾਏ ਨੇ, ਸੰਤਾਂ ਦਾ ਭੇਖ ਕੀਤਾ, ਪਰ ਅਸਲ ਦੇ ਵਿੱਚ ਇਹਨੂੰ ਗੁਣ ਹੀ ਨਹੀਂ ਪੜ੍ਹਨਾ, ਗੁਨਾਹ ਹੀ। ਗੁਣ ਨੰਨੇ ਨੂੰ ਥੋੜ੍ਹਾ ਜਿਹਾ ਤੁਸੀਂ ਅਦਕ ਲਾਣਾ ਤਾਂ ਕਿ ਅਰਥ ਸਪਸ਼ਟ ਹੋਣ। ਗੁਣ ਹੀ ਦਾ ਮਤਲਬ ਤਾਂ ਹੋ ਜਾਏਗਾ ਗੁਣਾਂ ਦਾ ਭਰਿਆ ਹੋਇਆ, ਪਰ ਅਸਲ ਗੁਨਾਹ ਹੀ ਦਾ ਮਤਲਬ ਹੈ ਗੁਨਾਹਾਂ ਦਾ। ਅਤੇ ਗੁਨਾਹ ਤੁਹਾਨੂੰ ਪਤਾ ਹੈ ਕਿਹਨੂੰ ਕਹਿੰਦੇ ਹੈ? ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹੋਂ ਪਾਪੀ। ਬਾਬਾ ਫਰੀਦ ਕਹਿੰਦੇ ਹੈ ਕਿ ਜਿਸ ਵੇਲੇ ਇਹ ਬਾਣਾ ਪਾਏ ਨਾ, ਅਤੇ ਦੁਨੀਆ ਜਦ ਸਿਜਦਾ ਕਰੇ, ਅਤੇ ਇਸ ਸਿਜਦੇ ਨੂੰ ਦੇਖਣ ਤੋਂ ਪਹਿਲਾਂ ਆਪਣੇ ਦਿਲ ਦੇ ਗੁਨਾਹਾਂ ਨੂੰ ਦੇਖ ਲਈ, ਫਿਰ ਤੈਨੂੰ ਇਹ ਲੱਗੇਗਾ ਕਿ ਬੜੀ ਵੱਡੀ ਜ਼ਿੰਮੇਵਾਰੀ ਹੈ। ਇੱਕ ਸਾਖੀ ਹੈ ਜਿਹੜੀ ਗੁਰੂ ਹਰਰਾਏ ਸਾਹਿਬ ਦੀ, ਛੋਟੀ ਉਮਰ ਦੇ ਵਿੱਚ ਚੋਲੇ ਤੋਂ ਲੱਗ ਕੇ ਕਲੀ ਟੁੱਟ ਗਈ, ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾਦਾ ਜੀ ਨੇ ਕਿਹਾ ਸੀ ਨਾ ਕਿ ਪੁੱਤਰ ਜੀ, ਜਦ ਚੋਲਾ ਪਾਉਣਾ ਤੇ ਚੋਲਾ ਸੰਕੋਚ ਕੇ ਚੱਲਣਾ ਹੈ। ਬੜਾ ਸੋਹਣਾ ਸਲੋਕ ਹੈ। ਸਭਨਾ ਮਨ ਮਾਣਕ ਠਾਹਣ ਮੂਲ ਮਚਾਨਵਗਾ। ਇਹ ਪੜ੍ਹੋਗੇ ਆਖਰੀ ਸਲੋਕ। ਜੇ ਤਉ ਪਿਰਿਆਂ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਜੇ ਰੱਬ ਨੂੰ ਮਿਲਣਾ ਫਿਰ ਇਸ ਭੇਖ ਦੇ ਨਾਮ 'ਤੇ ਕਿਸੇ ਦਾ ਦਿਲ ਨਾ ਦੁਖਾ ਦੇ। ਬੜੀ ਕਮਾਲ ਦੀ ਗੱਲ ਹੈ। ਗੁਰੂ ਹਰਰਾਏ ਸਾਹਿਬ ਮਹਾਰਾਜ ਫਿਰ ਸਾਰੀ ਉਮਰ ਚੋਲਾ ਸੰਕੋਚ ਕੇ ਤੁਰੇ ਨੇ। ਇਹ ਬਾਹਰ ਵਾਲਾ ਨਹੀਂ, ਅੰਦਰ ਦਾ, ਖਿਆਲਾਂ ਦਾ, ਵਿਚਾਰਾਂ ਦਾ। ਬੰਦਿਸ਼ ਰੱਖ ਕੇ ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋਂ ਕੇ ਪਿਆਰ। ਨਾਮ ਤੇਰਾ ਆਧਾਰ ਮੇਰਾ, ਜਿਉਂ ਫੂਲ ਜਈ ਹੈ ਨਾਰ। ਜਿਵੇਂ ਫੁੱਲ ਪਾਣੀ ਨਾਲ ਖਿੜਦਾ, ਪਲਾਸਟਿਕ ਦੇ ਰੱਖੇ ਨੇ, ਇਹ 6 ਮਹੀਨਿਆਂ ਬਾਅਦ ਸੁੱਟਣੇ ਪੈਣਗੇ। ਨਾ ਇਹਦੇ ਵਿੱਚ ਖੁਸ਼ਬੂ ਹੈ, ਨਾ ਇਹਦੇ ਕੋਲ ਭੌਰੇ ਅਤੇ ਤਿਤਲੀ ਆਉਂਦੇ ਹੈ। ਪਰ ਜੇ ਅਸਲੀ ਫੁੱਲ ਹੋਏਗਾ ਨਾ, ਉਹਨੂੰ ਪਾਣੀ ਦੇਣਾ ਪਏਗਾ, ਅਤੇ ਉਸ ਫੁੱਲ ਕੋਲ ਭੌਰੇ ਵੀ ਆਉਣਗੇ ਅਤੇ ਤਿਤਲੀਆਂ ਵੀ ਆਉਣਗੀਆਂ। ਜਿਉਂ ਫੂਲ ਜਈ ਹੈ ਨਾਰ। ਜਿਵੇਂ ਫੁੱਲ ਨੂੰ ਪਾਣੀ ਚਾਹੀਦਾ, ਇਵੇਂ ਗੁਰਸਿੱਖ ਨੂੰ ਬਾਣੀ ਚਾਹੀਦੀ। ਗੁਣ ਹੀ ਭਰਿਆ ਮੈਂ ਫਿਰਾਂ, ਮੈਂ ਗੁਨਾਹਾਂ ਦਾ ਭਰਿਆ ਫਿਰਦਾ। ਲੋਕ ਕਹੇ ਦਰਵੇਸ਼, ਲੋਕ ਕਹੇ ਦਰਵੇਸ਼, ਅਤੇ ਲੋਕੀ ਮੈਨੂੰ ਦਰਵੇਸ਼ ਆਖਦੇ ਨੇ। ਦਰਵੇਸ਼ ਹੋਣਾ ਬੜਾ ਮੁਸ਼ਕਿਲ ਹੈ, ਦਰਵੇਸ਼ ਫਕੀਰ ਹੋਣਾ ਮੁਸ਼ਕਿਲ ਹੈ। ਫਰੀਦਾ ਦਿਲ ਰੱਤਾ ਇਸ ਦੁਨੀ ਸਿਉਂ, ਦੁਨੀ ਨਾ ਕੀਤਾ ਕੰਮ। ਮਿਸਲ ਫਕੀਰਾਂ ਗਾਖੜੀ, ਸੋ ਪਾਈਐ ਪੂਰ ਕਰਮ। ਇਹ ਇੰਨਾ ਮੁਸ਼ਕਿਲ ਹੈ ਦਰਵੇਸ਼ ਹੋਣਾ ਕਿ ਪੂਰਬਲੇ ਜਨਮਾਂ ਦੀ ਕੋਈ ਬਹੁਤ ਜ਼ਿਆਦਾ ਕਮਾਈ ਹੋਏ ਨਾ, ਤਾਂ ਫਿਰ ਦਰਵੇਸ਼ੀ ਇਸ ਜਨਮ 'ਚ ਮਿਲਦੀ ਹੈ। ਮਿਸਲ ਫਕੀਰਾਂ ਗਾਖੜੀ, ਸੋ ਪਾਈ ਹੈ ਪੂਰ ਕਰਮ। ਪੂਰਬਲੇ ਕਰਮਾਂ ਦੀ ਕਮਾਈ ਅਸਲ ਦਰਵੇਸ਼ ਬਣਾਉਂਦੀ ਹੈ। ਦਿਖਾਵਾ ਦਰਵੇਸ਼ ਨਹੀਂ ਹੋ ਸਕਦਾ। ਅੱਗੇ
ਬਾਬਾ ਸਾਹਿਬ ਬਖਸ਼ਿਸ਼ ਕਰਦੇ ਨੇ ਜੀ, ਜਾਂ ਤੱਤੀ ਤੋਏ ਨਾ ਪਲਵੈ, ਜੇ ਜਲ ਟੁੰਬੀ ਦੇ, ਫਰੀਦਾ ਜੋ ਡੋਹਾ ਗਣ ਰੱਬ ਦੀ, ਝੂਰੇਂਦੀ ਝੂਰੇ। ਤੱਤੀ ਤੋਏ ਨਾ ਪਲਵੈ। ਹੁਣ ਤੱਤਾ ਅਸੀਂ ਕਿਹਨੂੰ ਕਹਿੰਦੇ ਹਾਂ? ਬੜਾ ਸੌਖਾ ਜਿਹਾ ਪੰਜਾਬੀ ਦਾ ਲਫ਼ਜ਼ ਵੀ ਇਹ ਤੱਤਾ ਹੈ। ਤੱਤੇ ਦਾ ਮਤਲਬ ਕੀ ਹੈ? ਗਰਮ। ਇਹਦਾ ਮਤਲਬ ਗਰਮ, ਇਹ ਚੀਜ਼ ਤੱਤੀ ਹੈ। ਅਤੇ ਇੱਥੇ ਤੱਤੀ ਦਾ ਮਤਲਬ ਹੈ ਸੜੀ ਹੋਈ। ਜਿਹੜੀ ਚੀਜ਼ ਬਹੁਤੀ ਗਰਮ ਹੋ ਜਾਏ ਤਾਂ ਉਹ ਸੜ ਜਾਂਦੀ ਹੈ। ਅਤੇ ਸਪਸ਼ਟ ਹੈ, ਤੁਹਾਨੂੰ ਹੁਣ ਇਹ ਅਰਥ ਨਹੀਂ ਭੁੱਲੇਗਾ ਇਸ ਸਲੋਕ ਦਾ। ਤੱਤੀ ਦਾ ਮਤਲਬ ਸੇਕ ਦੇ ਵਿੱਚ ਸੜੀ ਹੋਈ। ਹੁਣ ਇੱਕ ਤਾਂ ਫਸਲ ਹੈ, ਧੁੱਪ ਨਾਲ ਸੜ ਜਾਏ ਅਤੇ ਉਹ ਪਾਣੀ ਨਾਲ ਨਰੋਈ ਹੋ ਸਕਦੀ ਹੈ। ਬਾਬਾ ਫਰੀਦ ਕਹਿੰਦੇ ਜਿਹੜੀ ਫਸਲ ਪਾਣੀ ਨਾਲ ਸੜ ਜਾਏ, ਦੱਸੋ ਉਹ ਫਿਰ ਕਿਵੇਂ ਨਰੋਈ ਹੋਏਗੀ? ਹਾ ਹਾ ਹਾ। ਜਿਹੜੀ ਫਸਲ ਧੁੱਪ ਨਾਲ ਕੁਮਲਾ ਜਾਏ, ਉਹਨੂੰ ਪਾਣੀ ਦੇ ਕੇ ਨਰੋਇਆ ਕੀਤਾ ਜਾ ਸਕਦਾ, ਪਰ ਜਿਹੜੀ ਫਸਲ ਹੀ ਪਾਣੀ ਨਾਲ ਸੜ ਜਾਏ, ਦੱਸੋ ਉਹਨੂੰ ਕਿਵੇਂ ਨਰੋਇਆ ਕਰੋਗੇ? ਬੜੇ ਭਾਵ ਅਰਥ ਨੇ ਦਰਵੇਸ਼ੀ ਦੇ। ਇੱਕ ਬੰਦੇ ਨੇ ਸੂਫੀ ਬਾਣਾ ਪਾ ਲਿਆ ਮੇਰੀ ਤਰ੍ਹਾਂ, ਬਾਹਰੋਂ ਮੈਂ ਬਾਹਰ ਚਿੱਟਵੀਆਂ ਪਰ ਅੰਦਰੋਂ ਕਾਲਾ। 4-5 ਤੁਕਾਂ ਵੀ ਪੜ੍ਹ ਕੇ ਸੁਣਾਤੀਆਂ ਲੋਕਾਂ ਨੂੰ, ਭੇਖ ਵੀ ਕਰ ਲਿਆ, ਭੇਖ ਦਾ ਅਸਰ ਵੀ ਇਉਂ ਬਣਾ ਲਿਆ ਜਿਵੇਂ ਭਗਵਾਨ ਆ। ਪਰ ਸੱਚੀ ਗੱਲ ਹੈ, ਜਦ ਮੈਂ ਇਕਾਂਤ ਵਿੱਚ ਬੈਠਦਾ ਤੇ ਵਿਕਾਰਾਂ ਦਾ ਹੱਲਾ ਅੰਦਰ ਹੁੰਦਾ ਹੈ। ਮੋਕਮ ਫੌਜ ਹਟੱਲੀ ਅੰਦਰੋਂ ਲੁੱਟਦੀ ਹੈ। ਕਿਉਂ ਲੀਜੈ ਗੜਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ। ਜਿੰਨਾ ਚਿਰ ਤੱਕ ਇਸ ਮਾਰਗ ਤੇ ਨਹੀਂ ਸੀ ਤੁਰਿਆ ਨਾ, ਉਹਨਾਂ ਚਿਰ ਤੱਕ ਇਸ ਮਾਰਗ ਤੇ ਫਿਰ ਤੁਰ ਕੇ ਮੈਂ ਰੱਬ ਦੇ ਮਾਰਗ ਤੇ ਤੁਰ ਕੇ ਅੰਦਰ ਵਿਕਾਰਾਂ ਨੂੰ ਜਿੱਤ ਸਕਦਾ ਸੀ। ਪਰ ਹੁਣ ਇਸ ਮਾਰਗ ਦਾ ਮੈਂ ਪਾਂਧੀ ਹੋ ਗਿਆ ਦੁਨੀਆ ਨੂੰ ਦਿਖਾਉਣ ਵਾਸਤੇ। ਹੁਣ ਇਸ ਮਾਰਗ ਤੇ ਤੁਰਦਿਆਂ ਸੂਫੀ ਬਸਤਰ ਵੀ ਪਾ ਲਏ, ਸ਼ਬਦਾਵਲੀ ਵੀ ਉਹੋ ਜਿਹੀ ਵਰਤ ਲਈ, ਉਹੋ ਜਿਹਾ ਝੁਕਣਾ ਵੀ ਸਿੱਖ ਲਿਆ, ਉਹ ਜਿਹੇ ਬਾਹਰ ਦੇ ਜੈਸਚਰਸ ਵੀ ਸਿੱਖ ਲਏ, ਅੰਦਰੋਂ ਸੜਿਆ ਪਿਆ। ਜਿਹੜੀ ਫਸਲ ਸੁੱਕੀ ਸੀ ਉਹ ਪਾਣੀ ਨਾਲ ਨਰੋਈ ਹੋ ਸਕਦੀ ਸੀ, ਪਰ ਜਿਹੜੀ ਫਸਲ ਨੂੰ ਪਾਣੀ ਨਾ ਮਿਲ ਗਿਆ ਉਹ ਪਾਣੀ ਵਿੱਚ ਸੜ ਗਈ। ਤੇ ਦੱਸੋ ਹੁਣ ਬਚਾਏਗਾ ਕੌਣ? ਜਦ ਭੇਖ ਹੀ ਇੰਨਾ ਕਰ ਲਿਆ, ਦਿਖਾਵਾ ਇੰਨਾ ਕਰ ਲਿਆ, ਤੇ ਉਸ ਭੇਖ ਨੇ ਇੰਨਾ ਮਨ ਦੇ ਉੱਤੇ ਪ੍ਰਭਾਵ ਪਾਤਾ ਕਿ ਹੁਣ ਭਗਤੀ ਨਹੀਂ ਹੁੰਦੀ, ਹੁਣ ਝੂਠਾ ਦਿਖਾਵਾ ਹੀ ਹੁੰਦਾ ਹੈ। ਬਾਬਾ ਫਰੀਦ ਕਹਿੰਦੇ ਜਿਹੜੀ ਫਸਲ ਸੋਕੇ ਤੋਂ ਸੜਦੀ ਸੀ ਤੇ ਪਾਣੀ ਨਾਲ ਨਰੋਈ ਹੋ ਜਾਂਦੀ, ਜੇ ਇਸ ਮਾਰਗ ਤੇ ਨਹੀਂ ਸੀ ਤੁਰਿਆ ਤੇ ਪਹਿਲੇ ਦਿਨ ਹੀ ਤੁਰ ਕੇ ਅੰਦਰੋਂ ਸੱਚਾ ਤੇ ਬਾਹਰੋਂ ਵੀ ਸੁੱਚਾ ਹੋ ਜਾਂਦਾ। ਪਰ ਦਿਖਾਵੇ ਵਾਸਤੇ ਜੇ ਤੂੰ ਭੇਖ ਪਾ ਲਿਆ, ਜਿਹੜੀ ਫਸਲ ਹੀ ਪਾਣੀ ਵਿੱਚ ਸੜ ਗਈ, ਤੇ ਦੱਸ ਹੁਣ ਨਰੋਈ ਕਿਵੇਂ ਹੋਏਗੀ? ਤੱਤੀ ਤੋਏ ਨਾ ਪਲਵੈ। ਤੋਏ ਦਾ ਮਤਲਬ ਹੈ ਫਸਲ, ਜਿਹਨੂੰ ਤੁੱਖ ਕਹਿੰਦੇ ਆ। ਪਾਣੀ ਵਿੱਚ ਸੜੀ ਹੋਈ ਫਸਲ ਭਾਵੇਂ ਪਾਣੀ ਵਿੱਚ ਮੁੜ ਭਿਉਂ ਦੋ, ਉਹ ਹਰੀ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਬਾਹਰ ਦਰਵੇਸ਼ੀ ਬਾਣਾ ਪਾ ਲਿਆ, ਅੰਦਰ ਹੋਰ ਕੁਛ ਹੋਰ ਹੈ। ਇਹ ਸ਼ਬਦ ਪੜ੍ਹ ਲਓ ਜੀ, ਇਹਦੇ ਵਿੱਚ ਦਰਵੇਸ਼ ਦਾ ਹੀ ਜ਼ਿਕਰ ਹੈ। ਦਿਲੋਂ ਮੁਹੱਬਤ ਜਿਨ, ਪੜ੍ਹੋ ਜੀ, ਦਿਲੋਂ ਮੁਹੱਬਤ ਜਿਨ ਸਈ ਸੱਚਿਆ। ਪਰ ਅਗਲੀ ਗੱਲ ਹੈ, ਜਿਹੜੀ ਫਸਲ ਹੀ ਪਾਣੀ ਤੋਂ ਸੜ ਗਈ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕਚਿਆ। ਔਰੰਗਜ਼ੇਬ ਹਮੂ ਮਰਦ ਬਾਇਦ ਸ਼ਬਦ ਸ਼ੁਕ ਨਵਰ, ਨਾ ਸ਼ਿਕਮੇ ਦਿਗਰ ਦਰ ਦੇਹਾਨੇ ਦਿਗਰ। ਤੈਨੂੰ ਮੁਸਲਮਾਨ ਕਹਾਉਣ ਦਾ ਵੀ ਹੱਕ ਨਹੀਂ ਹੈ। ਪਰ ਔਰੰਗਜ਼ੇਬ ਕਹਿੰਦਾ ਨਹੀਂ, ਮੈਂ ਮੁਸਲਮਾਨ ਹਾਂ, 5 ਵਕਤ ਦਾ ਨਮਾਜ਼ੀ ਹਾਂ, ਹਜ ਕਾਬੇ ਵੀ ਜਾਂਦਾ, ਤਸਬੀਹ ਹੱਥਾਂ ਤੋਂ ਬਣਾ ਕੇ, ਟੋਪੀਆਂ ਹੱਥਾਂ ਤੋਂ ਬਣਾ ਕੇ, ਕੁਰਾਨ ਸ਼ਰੀਫ ਦੀਆਂ ਜਿਲਦਾਂ ਹੱਥਾਂ ਤੋਂ ਲਿਖ ਕੇ ਵੇਚ ਕੇ ਫਿਰ ਰੋਟੀ ਖਾਣਾ। ਗੁਰੂ ਗੋਬਿੰਦ ਸਿੰਘ ਕਹਿੰਦੇ ਵਾਹ ਔਰੰਗਜ਼ੇਬ, ਜੇ ਤੂੰ ਸੱਚੀ ਮੁੱਚੀ ਮੁਸਲਮਾਨ ਹੁੰਦਾ ਨਾ, ਫਿਰ ਇਹ ਦਿਖਾਵਾ ਨਹੀਂ ਕਰਨ ਦੀ ਲੋੜ ਪੈਣੀ ਸੀ ਤੈਨੂੰ। ਔਰੰਗਜ਼ੇਬ ਤੇਰਾ ਤੇ ਉਹ ਹਾਲ ਹੈ, ਜਿਹੜੀ ਫਸਲ ਪਾਣੀ ਨਾਲ ਹੀ ਸੜ ਜਾਏ, ਉਹਨੂੰ ਹੁਣ ਨਰੋਈ ਕੌਣ ਕਰੇਗਾ? ਬਸ ਔਰੰਗਜ਼ੇਬ ਦਾ। ਹੁਣ ਮੈਂ ਪਿਛਲੇ ਹਫ਼ਤੇ ਲੰਡਨ ਤੋਂ ਆਇਆ ਵਾਪਸ, ਆਖਰੀ 3-4 ਦਿਨ ਸੀ ਮੇਰੇ ਕੋਲ ਘੁੰਮਣ ਦੇ। ਵਿਕਟੋਰੀਆ ਐਂਡ ਐਲਬਰਟਾ ਮਿਊਜ਼ੀਅਮ ਹੈ ਲੰਡਨ ਦੇ ਵਿੱਚ।
ਉਸ ਲੰਡਨ ਦੇ ਮਿਊਜ਼ੀਅਮ ਦੇ ਵਿੱਚ ਸਾਡਾ ਸਾਰਾ ਸਰਮਾਇਆ ਉੱਥੇ ਪਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਜੀ ਦਾ ਤਖਤ, ਮਹਾਰਾਣੀ ਜਿੰਦਾ ਦੇ ਗਹਿਣੇ, ਹੋਰ ਕਿੰਨਾ ਕੁਛ ਪਿਆ ਹੈ, ਦੱਸਿਆ ਨਹੀਂ ਜਾ ਸਕਦਾ। ਸੀਨਾ ਪਾਟਦਾ ਉੱਥੇ ਜਾ ਕੇ। ਉੱਥੇ ਔਰੰਗਜ਼ੇਬ ਦੀ ਤਲਵਾਰ ਵੇਖੀ ਮੈਂ, ਉੱਠੀ ਲਟਕੀ ਸੀ। ਉਰਦੂ ਤੇ ਉੱਤੇ ਲਿਖਿਆ ਹੋਇਆ ਸੀ ਔਰੰਗਜ਼ੇਬ। ਤੇ ਮੇਰੇ ਮਨ 'ਚ ਆਇਆ, ਵਾਹ ਔਰੰਗਜ਼ੇਬ, ਤੂੰ ਨਾ ਤਲਵਾਰ ਨਾਲ ਗੁਰੂ ਗੋਬਿੰਦ ਸਿੰਘ ਨੂੰ ਹਰਾ ਸਕਿਆ ਤੇ ਨਾ ਕਲਮ ਨਾਲ ਹਰਾ ਸਕਿਆ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਤਲਵਾਰ ਤੇ ਤੇਰੇ ਉੱਤੇ ਚੱਕੀ ਨਹੀਂ, ਹਜੇ ਤੇ ਕਲਮ ਹੀ ਚੱਕੀ ਸੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਮ ਤੋਂ ਹੀ ਤੂੰ ਮਰ ਗਿਆ। बर्फ के छू जाने से भी जल जाते हैं हाथ, कभी कभी लफ्ज़ भी खंजर लगते हैं। गुरु गोबिंद सिंह जी दे शब्दां दे तीर चले सी। ते उत्थे जद वेख्या ते फिर सारा याद आया कि सच्ची मुची जिहड़ा अपने आप नूं मुसलमान कहाउंदा सी, मुसलमान कहावण मुश्किल, जे होए तां मुसलमान कहावै। ਜਿਹੜਾ ਆਪਣੇ ਆਪ ਨੂੰ ਕਹਾ ਰਿਹਾ ਪਰ ਰੱਬ ਦੀ ਗੱਲ ਹੀ ਨਹੀਂ ਮੰਨ ਰਿਹਾ, ਅੰਦਰ ਕੁਛ ਹੋ ਰਿਹਾ, ਬਾਹਰ ਕੁਛ ਹੋ ਰਿਹਾ। ਔਰੰਗਜ਼ੇਬ ਜ਼ਫਰਨਾਮਾ ਹਮੂ ਬਰਦ ਬਾਇਦ ਸ਼ਬਦ ਸ਼ੁਕਨਵਰ, ਤੂੰ ਕਾਹਦਾ ਮੁਸਲਮਾਨ ਹੈ? ਨਾ ਸ਼ਿਕਮੇ ਦਿਗਰ ਦਰ ਦਿਹਾਨੇ ਦਿਗਰ, ਜਿਹਦੇ ਢਿੱਡ ਵਿੱਚ ਕੁਛ ਹੋਰ ਹੋਏ, ਜਿਹਦੇ ਮੂੰਹ ਦੇ ਵਿੱਚ ਕੁਛ ਹੋਰ ਹੋਏ, ਉਹ ਕਾਹਦਾ ਮੁਸਲਮਾਨ, ਉਹ ਕਾਹਦਾ ਧਰਮੀ? ਉਹ ਤੇ ਸੱਚੀ ਮੁੱਚੀ ਦਿਖਾਵਾ ਕਰ ਰਿਹਾ ਭੇਖ ਦੇ ਵਿੱਚ। ਤੇਰੇ ਢਿੱਡ ਵਿੱਚ ਕੁਛ ਹੋਰ ਹੈ, ਤੂੰ ਤੇ ਸੱਚੀ ਮੁੱਚੀ ਦਿਖਾਵੇ ਦੀ ਪਾਣੀ ਵਾਲੀ ਅੱਗ ਵਿੱਚ ਹੀ ਸੜ ਗਿਆ। ਤੱਤੀ ਤੋਏ ਨਾ ਪਲਵੈ, ਜੇ ਜਲ ਟੁੱਬੀ ਦੇ। ਪਾਣੀ ਵਿੱਚ ਸੜੀ ਹੋਈ ਫਸਲ ਨੂੰ ਜਲ ਵਿੱਚ ਭਿਉਂ ਭਿਉਂ ਕੇ ਵੀ ਟੁੱਬੀਆਂ ਦੇ ਦਿਓ ਨਾ, ਉਹਨੇ ਮੁੜ ਕੇ ਨਰੋਈ ਨਹੀਂ ਹੋਣੀ। ਤੇ ਅੱਗੇ ਬਚਨ ਕਰਦੇ ਨੇ, ਫਰੀਦਾ ਜੋ ਦੁਹਾਗਣ ਰੱਬ ਦੀ, ਝੂਰੇਂਦੀ ਝੂਰੇ। ਜਿਹੜੀ ਭੇਖ ਸੁਹਾਗਣ ਵਾਲਾ ਕਰੀ ਬੈਠੀ ਹੈ ਪਰ ਅੰਦਰੋਂ ਦੁਹਾਗਣ ਹੈ, ਬਸ ਸੱਚੀ ਗੱਲ ਹੈ, ਉਹਨੂੰ ਉਹਦਾ ਭੇਖ ਹੀ ਲੈ ਬੈਠੇਗਾ, ਉਹਦੀਆਂ ਜੜ੍ਹਾਂ 'ਚ ਭੇਖ ਬਹਿ ਜਾਏਗਾ। ਕਿਉਂਕਿ ਦੁਨੀਆ ਦਾ ਪਸਾਰਾ ਭੇਖ ਨੂੰ ਦੇਖ ਕੇ ਪ੍ਰਭਾਵਿਤ ਹੁੰਦਾ ਹੈ, ਪਰ ਰੱਬ ਕਦੀ ਭੇਖ ਨਹੀਂ ਵੇਖਦਾ, ਰੱਬ ਅੰਦਰ ਹਿਰਦਾ ਵੇਖਦਾ ਹੈ। ਰੱਬ ਕਹਿੰਦਾ ਜੋ ਦੁਹਾਗਣ ਰੱਬ ਦੀ, ਝੂਰੇਂਦੀ ਝੂਰੇ। ਉਹਨੇ ਭੇਖ ਕਰਕੇ ਦੁਨੀਆ ਨੂੰ ਪਾਗਲ ਬਣਾਇਆ, ਪਰ ਰੱਬ ਦੇ ਦਰ 'ਤੇ ਕਬੂਲ ਨਹੀਂ ਹੋਏਗਾ। ਸਾਰੀ ਉਮਰ तप तप लोए लोए, हाथ मरूरूं बावल हुई सो शव लोरूं, तै शह मन मैं किया रोस, मुझ अवगुण शह नाई दोष, तै साहिब की मैं सार ना जानी। बाबा फरीद कहते ना, अज ना सुती कंत स्यों, ये विकार वाले पासे ना जायो। अज बंदगी नहीं की, बाबा फरीद कहते हैं। अज ना सुती कंत स्यों, अंग मुड़े मुड़ जाए। ये ਜਿਹੜੇ ਵਿਕਾਰਾਂ ਵਾਲੇ ਪਾਸੇ ਤਨ ਭੱਜਦੇ ਆ ਨਾ, ਇੰਦਰੀਆਂ ਭੱਜਦੀਆਂ ਨੇ, ਕਿਉਂ? ਇਬਾਦਤ ਨਹੀਂ ਕੀਤੀ। ਜਾਏ ਪੁੱਛੋਂ ਦੁਹਾਗਣੀ, ਤੁਮ ਕਿਉਂ ਰਹਿਣ ਵਿਹਾਏ। ਜਿਨ੍ਹਾਂ ਨੇ ਬੰਦਗੀ ਨਹੀਂ ਕੀਤੀ, ਉਹਨਾਂ ਦੀ ਕਿਵੇਂ ਜੀਵਨ ਦੀ ਰਾਤ ਬਤੀਤ ਹੁੰਦੀ ਹੈ, ਦੱਸੋ ਤਾਂ ਸਹੀ। ਸੁਹਬ ਤਾਂ ਸੁਹਾਗਣੀ, ਜਾਂ ਮੰਨ ਲਏ ਸੱਚ ਨਾਉ, ਸਤਿਗੁਰ ਆਪਣਾ ਮਨਾਏ ਲੈ। ਰੂਪ ਚੜੀ ਤਾਂ ਅਗਲਾ, ਦੂਜਾ ਨਾ ਹੀ ਥਾਉ। ਦੁਹਾਗਣ ਨੂੰ ਕੋਈ ਥਾਂ ਨਹੀਂ ਹੈ, ਭੇਖ ਨੂੰ ਕੋਈ ਥਾਂ ਨਹੀਂ ਹੈ। ਮਨੋ ਕੁਸੁੱਦਾਂ ਕਾਲੀਆਂ ਬਾਹਰ, ਚਿੱਟਵੀਆਂ ਰੀਸਾਂ ਕਰਹਿ ਤੇ ਨਾੜੀਆਂ ਜੋ ਸੇਵੈ ਦਰ ਖੜੀਆਂ। ਮਹਾਰਾਜ ਕਹਿੰਦੇ ਉਹ ਝੁਰਦੀ ਹੈ ਜਿਹੜੀ ਭੇਖ ਕਰਕੇ ਰੱਬ ਬਣੀ ਬੈਠੀ ਹੈ, ਪਰ ਮਹਾਰਾਜ ਕਹਿੰਦੇ ਉਹਨੂੰ ਕੌਣ ਰੱਬ ਬੰਨੇਗਾ? ਉਹ ਕਿਹੜਾ ਰੱਬ ਦੇ ਦਰ 'ਤੇ? ਰੱਬ ਦਾ ਬਣਿਆ ਹੋਇਆ ਸ਼ਰੀਕ ਸਾਰੀ ਉਮਰ ਝੁਰਦਾ ਹੀ ਰਹਿੰਦਾ, ਝੁਰਦਾ ਹੀ ਰਹਿੰਦਾ। ਅੱਗੇ ਜ਼ਿਕਰ ਕਰਦੇ ਨੇ, ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛੋਤਾਓ, ਵਤ ਕੁਆਰੀ ਨਾ ਥੀਐ। ਜਾ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ। ਹੁਣ ਜ਼ਿੰਦਗੀ ਦੇ ਹਰ ਇੱਕ ਕਾਰਗੁਜ਼ਾਰੀ ਦੇ ਵਿੱਚ ਇਹ ਸਲੋਕ ਢੁਕਦਾ। ਮੈਨੂੰ ਬਹੁਤ ਡਰ ਲੱਗਦਾ ਇਸ ਸਲੋਕ ਤੋਂ। ਕਿਉਂ? ਇਸ ਸਲੋਕ ਦੀ ਵਿਚਾਰ ਮੇਰੇ ਤੋਂ ਹੋ ਹੀ ਨਹੀਂ ਸਕਦੀ। ਜਿੰਨੀ ਵਾਰ ਵੀ ਬਾਬਾ ਸ਼ੇਖ ਫਰੀਦ ਦੇ ਸਲੋਕਾਂ ਦੀ ਕਥਾ ਕੀਤੀ ਹੈ ਨਾ, ਇਹ ਸਲੋਕ ਬੜਾ ਡਰਾਉਂਦਾ, ਕਿਉਂਕਿ ਇਸ ਸਲੋਕ ਦੀ ਵਿਚਾਰ ਸਾਡੀ ਉੱਚੀ ਮਤ ਕਰ ਹੀ ਨਹੀਂ ਸਕਦੀ। ਸੱਚ ਇਹ ਹੈ, ਫਾਹੀ ਸੁਰਤ ਮਲੂਕੀ ਵੇਸ। ਸੁਰਤ ਵਿਕਾਰਾਂ 'ਚ ਫਸੀ ਹੈ, ਭੇਖ ਮਲੂਕਾਂ ਸੂਫੀਆਂ ਵਾਲਾ ਪਾਇਆ,
ਹਉ ਠਗਵਾੜਾ ਠੱਗੀ ਦੇਸ਼, ਖਰਾ ਸਿਆਣਾ ਬਹੁਤਾ ਭਾਰ। ਬਸ ਪਾਂਡੀ ਬੰਨੀ ਹੋਈ ਆ ਅੱਖਰਾਂ ਦੀ ਅਤੇ ਗਿਆਨ ਕਿਤਾਬਾਂ ਦੀ। ਇਹ ਗਿਆਨ ਵਾਲੇ ਅਰਥ ਨਹੀਂ ਹੋ ਸਕਦੇ, ਇਹ ਅਰਥ ਹੀ ਕਮਾਈ ਵਾਲੇ ਨੇ। ਜਾਂ ਕੁਵਾਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਸੁਣਿਓ, ਇਹਦੇ ਪਹਿਲੇ ਆਖਰੀ ਅਰਥ ਦੇਖ ਲਓ। ਔਰਤ ਜਦ ਕੁਵਾਰੀ ਹੁੰਦੀ ਹੈ ਅਤੇ ਉਹਨੂੰ ਵਿਆਹ ਕਰਾਉਣ ਦਾ ਬੜਾ ਚਾਅ ਹੁੰਦਾ ਹੈ, ਕੁਦਰਤੀ ਰੱਬ ਵੱਲੋਂ ਹੈ। ਜਾਂ ਕੁਵਾਰੀ ਤਾਂ ਚਾਓ, ਪਰ ਜਦ ਵਿਵਾਹੀ ਅਤੇ ਜਦ ਉਹ ਵਿਆਹੀ ਜਾਂਦੀ ਹੈ ਫਿਰ ਉਹਨੂੰ ਗ੍ਰਸਤ ਦੇ ਮਾਮਲੇ ਪੈ ਜਾਂਦੇ ਹੈ, ਫਿਰ ਮਾਮਲੇ ਪੈ ਜਾਂਦੇ ਆ। ਅਗਲਾ ਅਰਥ ਹੈ, ਫਰੀਦ ਸਾਹਿਬ ਕਹਿੰਦੇ ਹੈ ਕਿ ਇਸ ਗੱਲ ਨੂੰ ਸਮਝਿਓ, ਫਰੀਦਾ ਇਹੋ ਪਛੋਤਾਓ। ਹੁਣ ਉਸ ਜੀਵ ਇਸਤਰੀ ਨੂੰ ਪਛਤਾਵਾ ਇਹ ਸੀ ਕਿ ਮੈਂ ਕਿੰਨੀ ਚੰਗੀ ਸੀ, ਆਪਣੇ ਪੇਕੇ ਘਰ ਵਿੱਚ ਬੈਠੀ ਤਾਂ ਸੀ, ਬਾਪ ਮਾਂ ਪ੍ਰੇਮ ਤਾਂ ਕਰਦੇ ਸੀ, ਕੋਈ ਜ਼ਿੰਮੇਵਾਰੀ ਨਹੀਂ ਸੀ, ਬੇਫਿਕਰੀ ਵਿੱਚ ਖਾਂਦੀ ਸੀ, ਬੇਫਿਕਰੀ ਵਿੱਚ ਸੌਂਦੀ ਸੀ। ਪਰ ਜਦ ਦੀ ਵਿਆਹੀ ਗਈਆਂ ਸਹੁਰੇ ਘਰੇ ਆ ਕੇ ਤੇ ਜ਼ਿੰਮੇਵਾਰੀ ਦੀਆਂ ਪੰਡਾਂ ਖੁੱਲ੍ਹ ਗਈਆਂ। ਹੁਣ ਉਹਦੇ ਮਨ 'ਚ ਇਹ ਦੁੱਖ ਹੈ, ਇਹੋ ਪਛੋਤਾਓ ਵੱਤ ਕੁਵਾਰੀ ਨਾ ਥੀ ਹੈ। ਹੁਣ ਕੁਛ ਇਸ ਤਰ੍ਹਾਂ ਦਾ ਹੋ ਜਾਏ, ਮੈਂ ਫਿਰ ਮੁੜ ਕੇ ਕੁਵਾਰੀ ਹੋ ਸਕਦੀ ਹਾਂ। ਬਾਬਾ ਫਰੀਦ ਕਹਿੰਦੇ ਹੈ, ਪੁੱਠੀਆਂ ਗੱਲਾਂ ਕਿਉਂ ਕਰਦੀ ਹੈ ਭੈਣੇ, ਵਿਆਹੀ ਹੋਈ ਕਦੀ ਕੁਵਾਰੀ ਨਹੀਂ ਹੋ ਸਕਦੀ। ਇਹ ਹੈਗੇ ਜੀ ਇਹਦੇ ਆਖਰੀ ਅਰਥ ਵਿਦਵਾਨਾਂ ਦੇ। ਹੁਣ ਸੁਣੋ ਇਹਦੇ ਭਾਵ ਅਰਥ। ਜਾਂ ਕੁਵਾਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ। ਜਿਹਦੇ ਕੋਲ ਨੌਕਰੀ ਨਹੀਂ ਹੈ ਉਹ ਵੀ ਦੁਖੀ ਹੈ, ਅਤੇ ਜਿਹਦੇ ਕੋਲ ਨੌਕਰੀ ਹੈ ਉਹ ਵੀ ਦੁਖੀ ਹੈ। ਜਿਹੜਾ ਕੁਵਾਰਾ ਹੈ ਉਹ ਵੀ ਦੁਖੀ ਹੈ, ਅਤੇ ਜਿਹੜਾ ਨਾਮ ਤੋਂ ਟੁੱਟ ਕੇ ਵਿਆਹਿਆ ਹੋਇਆ ਉਹ ਵੀ ਦੁਖੀ ਹੈ। ਜਿਹਦੇ ਕੋਲ ਕੁਝ ਨਹੀਂ, ਜਾਂ ਕੁਵਾਰੀ ਤਾਂ ਚਾਹੋ ਮੈਨੂੰ ਮਿਲ ਜਾਏ, ਉਹ ਵੀ ਦੁਖੀ ਹੈ। ਅਤੇ ਜਿਹਦੇ ਕੋਲ ਬਹੁਤਾ ਹੈ, ਵਿਵਾਹੀ ਤਾਂ ਮਾਮਲੇ, ਉਹ ਵੀ ਦੁਖੀ ਹੈ ਕਿ ਮੈਂ ਫਸਿਆ ਪਿਆ ਭਰਾਵਾ, ਮੈਨੂੰ ਥੋੜ੍ਹਾ ਸਮਾਂ ਹੀ ਮਿਲ ਜਾਏ, ਮੈਨੂੰ ਵੇਲ ਹੀ ਮਿਲ ਜਾਏ। ਜਿਹਦੇ ਕੋਲ ਭੁੱਖ ਹੈ ਉਹ ਵੀ ਦੁਖੀ ਹੈ, ਅਤੇ ਬਹੁਤਾ ਖਾਣ ਵਾਲਾ ਖਾ ਖਾ ਕੇ ਰੋਗਾਂ ਤੋਂ ਦੁਖੀ ਹੈ। ਸੱਚ ਇਹ ਹੈ। ਬਾਬਾ ਫਰੀਦ ਕਹਿੰਦੇ ਇਸ ਸੰਸਾਰ ਦੇ ਦੋਨੋਂ ਪੱਖ ਮੈਂ ਵੇਖ ਲਏ ਨੇ। ਜਿਹਦੇ ਕੋਲ ਨਹੀਂ ਹੈ ਉਹ ਵੀ ਦੁਖੀ ਹੈ, ਜਿਹਦੇ ਕੋਲ ਬਹੁਤਾ ਹੈ ਉਹ ਵੀ ਦੁਖੀ ਹੈ। ਵੈਸੇ ਬਾਣੀ ਦਾ ਇੱਕ ਸ਼ਬਦ ਹੈ, ਬਾਣੀ ਨੂੰ ਬਾਹਰੋਂ ਦੇਖਣ ਦੀ ਲੋੜ ਹੀ ਨਹੀਂ ਪੈਂਦੀ। ਇਹ ਖੂਬਸੂਰਤੀ ਹੈ। ਗੁਰੂ ਨਾਨਕ ਸਾਹਿਬ ਦਾ ਬੜਾ ਵੱਡਾ ਕਰਮ ਹੈ ਸਾਡੀ ਮਨੁੱਖਤਾ ਉੱਤੇ। ਗੁਰੂ ਸਾਹਿਬ ਇਹ ਕਹਿੰਦੇ ਹੈ ਕਿ ਜਿਹਦੇ ਕੋਲ ਬਹੁਤ ਹੈ ਨਾ ਉਹ ਵੀ ਦੁਖੀ ਹੈ, ਅਤੇ ਜਿਹਦੇ ਕੋਲ ਥੋੜ੍ਹਾ ਹੈ ਉਹ ਵੀ ਭਰਮਦਾ ਹੀ ਫਿਰਦਾ। ਬੜਾ ਪਿਆਰਾ ਬਚਨ ਹੈ। ਹੁਣ ਇਹ ਦੋਨੋਂ ਵਿਵਸਥਾ ਨੂੰ ਜਿਹੜਾ ਜਿੱਤ ਜਾਏ ਨਾ ਉਹ ਦਰਵੇਸ਼ ਹੈ। ਦਰਵੇਸ਼ ਦਾ ਨਿਚੋੜ ਹੈ ਇਸ ਤੁਕ ਦੇ ਵਿੱਚ। ਦਰਵੇਸ਼ ਉਹ ਨਹੀਂ ਹੋ ਸਕਦਾ ਜਿਹਦੇ ਕੋਲ ਥੋੜ੍ਹਾ ਹੈ ਅਤੇ ਰੱਬ ਤੋਂ ਦੁਆ ਕਰਦਾ ਫਿਰੇ ਮੈਨੂੰ ਦੇ ਦੇ, ਦਰਵੇਸ਼ ਨਹੀਂ ਹੈ। ਅਤੇ ਦਰਵੇਸ਼ ਉਹ ਵੀ ਨਹੀਂ ਹੋ ਸਕਦਾ ਜਿਹਦੇ ਕੋਲ ਬਹੁਤ ਹੋਏ ਅਤੇ ਬਹੁਤ ਹੋ ਕੇ ਵੀ ਉਹਦੇ ਅੰਦਰ ਸੁੱਖ ਨਾ ਹੋਏ, ਉਹ ਵੀ ਦਰਵੇਸ਼ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਜਿਹੇ ਗ੍ਰਹਿ ਬਹੁਤ, ਇਹ ਸੁਣਿਓ, ਤਿਸੈ ਗ੍ਰਹਿ ਚਿੰਤਾ, ਜੇ ਗ੍ਰਹਿ ਥੋਰ ਸੋ ਫਿਰੈ ਭ੍ਰਮੰਤਾ। ਜਿਹਦੇ ਕੋਲ ਬਹੁਤ ਹੈ ਉਹ ਵੀ ਦੁਖੀ ਹੈ, ਜਿਹਦੇ ਕੋਲ ਨਹੀਂ ਹੈ ਉਹ ਵੀ ਭਟਕਦਾ ਫਿਰਦਾ। ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ। ਮਹਾਰਾਜ ਕਹਿੰਦੇ ਜਿਹੜੀ ਇਹ ਦੋਨੋਂ ਵਿਵਸਥਾ ਤੋਂ ਉਪਰਾਮ ਹੋ ਗਿਆ ਨਾ ਉਹ ਦਰਵੇਸ਼ ਹੈ। ਇਸ ਤੋਂ ਬਿਨਾਂ ਕੋਈ ਦਰਵੇਸ਼ ਹੋ ਹੀ ਨਹੀਂ ਸਕਦਾ। ਅਤੇ ਮੇਰੇ ਸਮੇਤ ਮੈਂ ਵੀ, ਅਸੀਂ ਜਿੰਨੇ ਹਾਂ ਦਰਵੇਸ਼ ਦੀ, ਮੈਂ ਤੁਹਾਡੀ ਗੱਲ ਨਹੀਂ ਕਰਦਾ, ਮੈਂ ਆਪਣੀ ਗੱਲ ਕਰਦਾ, ਅਸੀਂ ਇਸ ਵਿਵਸਥਾ ਤੋਂ ਮੁਕਤ ਹੋ ਹੀ ਨਹੀਂ ਸਕੇ। ਜਾਂ ਕੁਵਾਰੀ ਤਾਂ ਚਾਹੋ, ਮਿਲ ਜਾਏ ਮਿਲ ਜਾਏ, ਜੇ ਮਿਲ ਜਾਏ ਫਿਰ ਮਾਮਲੇ ਪੈਂਦੇ ਆ। ਅੱਛਾ, ਇੱਕ ਉਦਾਹਰਣ ਹੋਰ ਦੇਵਾਂ, ਕਿਉਂਕਿ ਇਸ ਇਕੱਲੇ ਸਲੋਕ ਦੀ ਵਿਚਾਰ ਜਦ ਮੈਂ ਰਜੋਰੀ ਗਾਣ ਕੀਤੀ ਸੀ, ਫਸ ਗਿਆ ਸੀ, ਐਸਾ ਫਸ ਗਿਆ ਸੀ ਮੈਨੂੰ ਨਿਕਲਣਾ ਮੁਸ਼ਕਿਲ ਹੋ ਗਿਆ ਸੀ, ਕਿਉਂਕਿ ਇਹਦੇ ਵਿੱਚੋਂ ਨਿਕਲਿਆ ਹੀ ਨਹੀਂ ਜਾ ਸਕਦਾ। ਜਦ ਬੰਦਾ ਕਹਿੰਦਾ ਨਾ ਕਿ ਮੇਰਾ ਇਹ ਕੰਮ ਹੋ ਜਾਏ, ਅਤੇ ਜੇ ਇਹ ਕੰਮ ਹੋ ਜਾਏ ਫਿਰ ਮੈਂ ਸੁਰਖਰੂ ਹਾਂ, ਬਸ ਫਰੀਦ ਬਾਬਾ ਫਰੀਦ ਕਹਿੰਦੇ ਇਹ ਸਭ ਤੋਂ ਵੱਡਾ ਭੁਲੇਖਾ ਹੈ। ਜਦ ਬੰਦੇ ਨੂੰ ਕੰਮ ਕਰਨਾ ਹੁੰਦਾ ਅਤੇ ਪਹਿਲਾਂ ਭਜਿਆ ਹੁੰਦਾ ਇਹ ਕੰਮ ਹੋ ਜਾਏ, ਅਤੇ ਬਾਬਾ ਫਰੀਦ ਕਹਿੰਦਾ ਦੱਸੋ ਕਿਹੜਾ ਕੰਮ ਹੈ ਜਿਸ ਕੰਮ ਦੇ ਪੂਰੇ ਹੋਣ ਤੋਂ ਬਾਅਦ ਬੰਦਾ ਸੁਰਖਰੂ ਹੋ ਜਾਏ। ਕਹਿੰਦੇ ਕੰਮ ਦੇ ਪੂਰੇ ਹੋਣ ਤੋਂ ਬਾਅਦ ਜਿਹੜੇ ਮਾਮਲੇ ਪੈਣੇ ਨੇ ਨਾ, ਕਹਿੰਦੇ ਫਿਰ ਅਸਲ ਫਾਈਲਾਂ ਖੁੱਲ੍ਹਣੀਆਂ, ਫਿਰ ਤੈਨੂੰ ਪਤਾ ਲੱਗਣਾ ਕਿ ਯੱਬ ਪੈਂਦਾ ਕੰਮਾਂ ਵਿੱਚੋਂ। ਕੋਈ ਕੰਮ ਲੈ ਲਓ ਤੁਸੀਂ, ਅਸੀਂ ਇਹ ਖਿਆਲ ਰੱਖਦੇ ਹਾਂ ਨਾ ਮਨ ਦੇ ਵਿੱਚ ਬਈ ਸਾਡੇ ਪੁੱਤਰ ਧੀਆਂ ਇੱਕ ਵਾਰੀ ਬਸ ਵਿਆਹੇ ਜਾਣ ਫਿਰ ਸੁਰਖਰੂ ਹਾਂ।
ਮੈਨੂੰ ਇੱਥੇ ਸਾਰਿਆਂ ਵਿੱਚੋਂ ਕੋਈ ਦੱਸ ਦਿਓ, ਕੋਈ ਦੱਸ ਦਿਓ, ਸ਼ੁਰੂ ਤੋਂ ਲੈ ਕੇ। ਤੁਹਾਡੇ ਮਨ 'ਚ ਨਿੱਕਾ ਬੱਚਾ ਹੁੰਦਾ ਨਾ, ਇਹਦਾ ਐਡਮਿਸ਼ਨ ਹੋ ਜਾਏ ਫਿਰ ਬਸ ਸੁਰਖਰੂ ਹਾਂ। ਸ਼ੁਰੂ ਤੋਂ ਲੈ ਕੇ ਕੋਈ ਸੁਰਖਰੂ ਹੋਇਆ? ਚਲੋ ਇਹ 10ਵੀਂ ਕਰ ਜੇ, ਚਲੋ ਇਹ 12ਵੀਂ ਕੋਈ ਮੈਂ ਬਾਬਾ ਫਰੀਦ ਕਹਿੰਦੇ ਸੁਰਖਰੂ ਵਾਲਾ ਦਿਨ ਹੀ ਨਹੀਂ। ਵੇਵਾਹੀ ਤਾਂ ਪੜ੍ਹੋ ਜੀ, ਵੇਵਾਹੀ ਤਾਂ ਆ ਮਾਮਲੇ ਜੀਵਨ ਦੇ ਵਿੱਚ ਅੱਗੇ ਅਗਲਾ ਪੌੜ ਹੀ ਮਾਮਲਿਆਂ ਦਾ। ਆ ਜੀ ਹੁਣ ਇਹਦਾ ਵਿਆਹ ਹੋ ਜਾਏ ਫਿਰ ਮੈਂ ਸੁਰਖਰੂ ਹਾਂ। ਆ ਫਿਰ ਕੌਣ ਸੁਰਖਰੂ ਹੁੰਦਾ? ਘਰਾਂ ਵਿੱਚ ਕੋਈ ਸੁਰਖਰੂ ਹੁੰਦਾ? ਅੱਛਾ ਬਸ ਇੱਕ ਪੁੱਤਰ ਇੱਕ ਧੀ ਹੋ ਜਾਏ ਫਿਰ ਸੁਰਖਰੂ ਹਾਂ। ਸੱਚੀ ਗੱਲ ਹੈ, ਮੈਂ ਬਿਲਕੁਲ ਸਮਾਜਿਕ ਗੱਲ ਕਰ ਰਿਹਾ। ਕੋਈ ਸੁਰਖਰੂ ਹੁੰਦਾ? ਅੱਛਾ ਹੁਣ ਪੋਤਾ ਵਿਆਹਿਆ ਜਾਏ ਫਿਰ ਮੈਂ ਸੁਰਖਰੂ ਹਾਂ। ਦਾਦਾ ਪੋਤੇ ਦੀ ਉਂਗਲ ਫੜ ਕੇ ਸੋਚਦਾ ਹੈ ਕਿ ਜਿਸ ਦਿਨ ਇਹਦਾ ਵਿਆਹ ਹੋ ਗਿਆ ਨਾ ਫਿਰ ਮੈਂ ਸੁਰਖਰੂ ਹੋ ਜਾਵਾਂ। ਕਿ ਵਿਆਹ ਕੇ ਸੁਰਖਰੂ ਹੈ? ਬਾਬਾ ਫਰੀਦ ਕਹਿੰਦੇ ਬਿਲਕੁਲ ਬੰਦਾ ਉਨਾ ਚਿਰ ਤੱਕ ਨਹੀਂ ਜਿੰਨਾ ਚਿਰ ਤੱਕ ਗੌਰ ਨਿਮਾਣੀ ਸਦ ਕਰੇ। ਜਦ ਤੱਕ ਉਹ ਗੌਰ ਉੱਥੇ ਆਪਣੇ ਅਸਲ ਥਾਂ ਤੱਕ ਨਹੀਂ ਪਹੁੰਚਦਾ, ਬੰਦਾ ਕਦੀ ਸੁਰਖਰੂ ਨਹੀਂ। ਬੋਲੇ ਸ਼ੇਖ ਫਰੀਦ ਪਿਆਰੇ, ਅੱਲਾ ਲੱਗੇ ਏ ਤਨ ਹੋਸੀ, ਖਾਕ ਨਿਮਾਣੀ ਗੌਰ ਘਰੇ। ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ, ਮਨੋ ਮਚੰਦੜੀਆਂ ਜੇ ਜਾਣਾ ਮਰ ਜਾਈਏ, ਘੁੰਮਣਾ ਆਈ ਹੈ, ਝੂਠੀ ਦੁਨੀਆ ਲੱਗਣਾ ਆਪ ਵੰਝਾਈ ਹੈ। ਇਹ ਬਾਬਾ ਸ਼ੇਖ ਫਰੀਦ ਦਾ ਸ਼ਬਦ ਸਾਰਾ ਇਹ ਵਿਵਾਹਿਤਾ ਮਾਮਲੇ ਇਹਦੇ ਉੱਤੇ ਹੀ ਟੁਕਿਆ ਹੋਇਆ। ਗੜਿੰਦਿਆਂ ਜਿਹਨੂੰ ਬਾਬਾ ਸ਼ੇਖ ਫਰੀਦ ਨੇ ਕਿਹਾ ਨਾ, ਕੰਡਿੰਦਿਆਂ 6 ਮਾਓ ਤੁੜਿੰਦਿਆਂ ਹਿੱਕ ਖਿਨੋ। ਬੜਾ ਕਮਾਲ ਦਾ ਬਚਨ ਹੈ। ਜ਼ਿਮੀ ਪੁੱਛੈ ਅਸਮਾਨ ਫਰੀਦਾ ਖੇਵ, ਮੈਂ ਵਿੱਚੋਂ ਲਿਆ, ਬਹੁਤ ਕਮਾਲ ਦਾ ਹੈ। ਸਾਰਾ ਆਇਆ ਸਾਵਣ ਬਿਜਲੀਆਂ ਚੇਤ ਡੋ, ਇਹ ਸਾਰਾ ਸ਼ਬਦ ਪੜਨ ਵਾਲਾ ਹੈ। ਜੋ ਅੱਜ ਲੱਗਦਾ ਹੈ ਕੱਲ ਹੋਣਾ ਨਹੀਂ ਹੈ। ਝੂਠ ਕੀ ਹੈ? ਜੋ ਦਿਸ ਰਿਹਾ ਝੂਠ ਹੈ, ਤੇ ਸੱਚ ਕੀ ਹੈ? ਜੋ ਕੁਛ ਬਦਲ ਰਿਹਾ ਸਭ ਝੂਠ ਹੈ, ਜੋ ਨਹੀਂ ਬਦਲੇਗਾ ਉਹ ਝੂਠ ਨਹੀਂ ਹੋ ਸਕਦਾ। ਉਹਦਾ ਨਾਮ ਹੈ। ਇਸ ਕਰਕੇ ਮੈਂ ਬੇਨਤੀ ਕੀਤੀ ਕਿ ਇਸ ਸ਼ਲੋਕ ਵਿੱਚੋਂ, ਅੱਛਾ ਇਹਦੇ ਅੱਗੇ ਇੰਨਾ ਵਿਸਥਾਰ ਹੈ ਨਾ ਇਸ ਸ਼ਲੋਕ ਦਾ, ਜੇ ਇਹਨੂੰ ਖੋਲਣ ਬੈਠੀਏ ਨਾ ਸ਼ਲੋਕ ਨੂੰ, ਫਿਰ ਸੱਚੀ ਮੁੱਚੀ ਇਹਦੇ ਵਿੱਚੋਂ ਨਿਕਲਿਆ ਨਹੀਂ ਜਾ ਸਕਦਾ। ਸਿਰਫ ਸੰਕੋਚ ਕਰਕੇ ਦਾਸ ਨੇ, ਸਿਰਫ ਸਮੇਂ ਦਾ ਮੈਨੂੰ ਬੜੀ ਕਿਰਪਾ ਕੀਤੀ ਹੈ ਕਿ ਇਹ ਕਹਿਤਾ ਕਿ ਤੁਹਾਡੇ ਕੋਲ ਸਮਾਂ ਹੈ। ਮੈਨੂੰ 10 15 20 ਮਿੰਟ ਤੁਹਾਨੂੰ ਤੁਸੀਂ ਖਾਲੀ ਦਿੱਤੇ, ਮੈਂ ਸਜਦਾ ਕਰਦਾ ਤੁਹਾਡੇ ਚਰਨਾਂ 'ਚ ਟਿਕ ਕੇ ਬੈਠੇ ਹੋ ਤੁਸੀਂ, ਭਾਵੇਂ ਫੈਸਟੀਵਲ ਵੀ ਚੱਲ ਰਹੇ ਨੇ। ਅੱਛਾ ਹੁਣ ਇਹਦਾ ਜੇ ਦੂਸਰਾ ਪੱਖ ਦੇਖੀਏ ਬਾਬਾ ਫਰੀਦ ਦਾ, ਹੁਣ ਸੁਣੋ ਦੂਸਰਾ ਪੱਖ। ਫਵਾਇਦੁਲ ਫਵਾਦ ਦੇ ਦਰਸ਼ਨ ਕਰੀਏ। ਬਾਬਾ ਸ਼ੇਖ ਫਰੀਦ ਜੀ ਆਪਣੇ ਮੁਰਸ਼ਦ ਨੂੰ ਬੇਹੱਦਾ ਪ੍ਰੇਮ ਕਰਦੇ ਸੀ, ਤੇ ਨਿਜ਼ਾਮੂਦੀਨ ਕਹਿੰਦਾ ਜਿਹੜਾ ਬਾਬਾ ਸ਼ੇਖ ਫਰੀਦ ਨੂੰ ਪੜ੍ਹੇਗਾ ਨਾ, ਉਹ ਆਪਣੇ ਮੁਰਸ਼ਦ ਦੇ ਉੱਤੇ ਜਾਨ ਨਿਛਾਵਰ ਕਰੇ, ਤਾਂ ਬਾਬਾ ਸ਼ੇਖ ਫਰੀਦ ਨੂੰ ਪੜ੍ਹਨਾ ਸੁਣਨਾ ਲਾਹੇਵੰਦ ਹੈ। ਤੇ ਸੱਚੀ ਮੁੱਚੀ ਜੇ ਅਸੀਂ ਗੁਰੂ ਕੇ ਸਿੱਖ ਹਾਂ, ਫਿਰ ਆਖੀਏ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਬਾਬਾ ਸ਼ੇਖ ਫਰੀਦ ਆਪਣੀ ਬਜ਼ੁਰਗੀ 'ਚ ਜਦ ਅੰਤਮ ਦਿਨ ਸਨ ਨਾ, ਇੰਨੇ ਬਿਮਾਰ, ਸਰੀਰ ਢਿੱਲਾ ਹੋ ਗਿਆ, ਬਹੁਤ ਢਿੱਲਾ ਹੋ ਗਿਆ ਸਰੀਰ, ਤੇ ਹੋਸ਼ ਵਿੱਚ ਆਦੇ ਤੇ ਬੇਹੋਸ਼ ਹੁੰਦੇ, ਬਿਲਕੁਲ ਅੰਤਮ ਸਮਾਂ, ਕੁਝ ਘੜੀਆਂ ਬਾਕੀ ਸਨ। ਨਿਜ਼ਾਮੂਦੀਨ ਲਿਖਦਾ ਹੈ, ਨਿਜ਼ਾਮੂਦੀਨ ਬੋਲਦੇ ਨੇ ਤੇ ਸ਼ੇਖ ਦਹਿਲਵੀ, ਹਸਨ ਦਹਿਲਵੀ ਲਿਖਦਾ ਹੈ ਕਿ ਨਿਜ਼ਾਮੂਦੀਨ ਨੇ ਕਿਹਾ ਕਿ ਬਾਬਾ ਸਾਹਿਬ ਇੰਨੇ ਜ਼ਿਆਦਾ ਦਿਲਗੀਰ ਹੋਏ ਔਰ ਬੇਹੋਸ਼ ਹੋ ਜਾਂਦੇ, ਤੇ ਜਦ ਅੱਖ ਖੁੱਲਦੀ ਤੇ ਪੁੱਛਦੇ ਨਿਜ਼ਾਮੂਦੀਨ ਮੈਂ ਨਮਾਜ਼ ਪੜ੍ਹੀ ਸੀ? ਮੈਂ ਕਿਹਾ ਹਾਂ। ਕਹਿੰਦੇ ਨਹੀਂ ਮੈਂ ਭੁੱਲ ਗਿਆ। ਫਿਰ ਨਮਾਜ਼, ਕਹਿੰਦੇ ਆਪਣੀ ਫੌਤ ਤੋਂ ਪਹਿਲਾਂ 3 ਵਾਰੀ ਇੱਕੋ ਨਮਾਜ਼ ਪੜ੍ਹੀ। ਪ੍ਰੇਮ ਦੇਖੋ ਬਾਬਾ ਫਰੀਦ ਦਾ। ਕਹਿੰਦੇ 3 ਵਾਰੀ ਬੇਹੋਸ਼ ਹੋਏ, ਤਨ ਠੀਕਰਾ ਛੱਡਣ ਤੋਂ ਪਹਿਲਾਂ 3 ਵਾਰੀ ਹੋਸ਼ 'ਚ ਆਉਂਦਿਆਂ ਫਿਰ ਨਮਾਜ਼ ਪੜ੍ਹੀ ਹੈ। ਪ੍ਰੇਮ ਮੁਰਸ਼ਦ ਦਾ ਕਿ ਅੰਤ ਵੇਲੇ ਸੌਂਦੇ ਵਾਹ ਵਾਹ ਉਚਰਿਆ ਉੱਠਦੇ ਵੀ, ਤੇ ਗੁਰੂ ਅਰਜਨ ਸਾਹਿਬ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਇਹ ਹੈ ਬਾਬਾ ਫਰੀਦ, ਇਹ ਹੈ ਬਾਬਾ ਬਾਣੀ ਦੇ ਵਿੱਚ ਇਹੋ ਜਿਹੇ ਬੜੇ ਸ਼ਬਦ। हे प्राणनाथ गोविंदा कृपा निधान जगत गुरु, हे संसार ताप हरने करुणा मैं सब दुख हरो, हे शरण जोग दयाला दीना नाथ मया करो। ये बाबा फरीद ते टुकदी अगली तुक। शरीर स्वस्थ, जद शरीर तगड़ा
ਤਾਂ ਵੀ ਵਾਹਿਗੁਰੂ ਦੀ ਬੰਦਗੀ ਕਰੋ। ਖੀਣ ਸਮੇਂ ਜਦ ਇਹ ਸਰੀਰ ਨਸ਼ਟ ਹੋਣ ਲੱਗਾ ਹੈ ਨਾ, ਇੱਕ ਵਾਹਿਗੁਰੂ ਤੋਂ ਬਿਨਾਂ ਕੋਈ ਮਨ 'ਚ ਨਹੀਂ ਹੋਣਾ ਚਾਹੀਦਾ। ਸਰੀਰ ਸਵਸਥ ਤਾਂ ਵੀ ਬੰਦਗੀ, ਖੀਣ ਸਮੇਂ ਜਦ ਇਹ ਸਰੀਰ ਫਨਾ ਹੋਣ ਲੱਗਾ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ, ਸਿਮਰਨ ਦਾ ਨਾਗਾ ਨਾ ਪਏ। ਬਾਬਾ ਸ਼ੇਖ ਫਰੀਦ ਇੱਕ ਦਿਨ ਸ਼ਾਮ ਨੂੰ ਬੈਠੇ, ਬਾਬਾ ਫਰੀਦ ਦਾ ਨੇਮ ਹੁੰਦਾ ਸੀ, 5 ਵਕਤ ਦੇ ਨਮਾਜ਼ੀ ਨੇ, ਤੁਸੀਂ ਸ਼ਲੋਕਾਂ 'ਚ ਪੜ੍ਹ ਲਿਆ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ, ਇਹ ਪੜ੍ਹੋਗੇ ਤੁਸੀਂ, ਔਰ ਪੜ੍ਹਿਆ ਵੀ ਹੈ ਪਿੱਛੇ, ਕੱਪ ਉਤਾਰ ਵੀ ਆਖਿਆ। ਬਾਬਾ ਸ਼ੇਖ ਫਰੀਦ ਨਮਾਜ਼ੀ ਨੇ, ਔਰ ਬੜੇ ਪ੍ਰੇਮ ਦੇ ਵਿੱਚ ਬੜਾ ਮਿੱਠਾ ਬੋਲਦੇ ਸੀ, ਔਰ ਅੰਦਰੋਂ ਜੋ ਬੋਲਦੇ ਸੀ ਉਹ ਸੱਚ ਹੁੰਦਾ ਸੀ। ਇੱਕ ਦਿਨ ਬਾਬਾ ਸ਼ੇਖ ਫਰੀਦ ਜੀ ਸ਼ਾਮ ਵੇਲੇ ਬੈਠੇ ਨੇ, ਸੌਣ ਦੀ ਤਿਆਰੀ। ਕਹਿੰਦੇ ਬਾਬਾ ਸ਼ੇਖ ਫਰੀਦ ਜਿਹੜੀ ਕਮਲੀ ਲੈ ਕੇ ਸੌਂਦੇ ਸਨ ਨਾ, ਉਹ ਕਦੀ ਵੀ ਉਹਨਾਂ ਦੀ ਜਿਹੜੀ ਸਰੀਰ ਦੀ ਹਾਈਟ ਦੀ ਪੂਰੀ ਨਹੀਂ ਸੀ, ਅੱਧੀ ਹੁੰਦੀ ਸੀ। ਜਾਂ ਤਾਂ ਉਹਨਾਂ ਦਾ ਮੂੰਹ ਨੰਗਾ ਰਹਿੰਦਾ ਸੀ, ਜਾਂ ਉਹਨਾਂ ਦੇ ਪੈਰ। ਕਿਉਂ? ਕਹਿੰਦੇ ਤਾਂ ਕਿ ਰਾਤ ਸੁੱਤਿਆਂ ਵੀ ਮੁਰਸ਼ਦ ਚੇਤੇ ਰਹੇ, ਕਿ ਕਿੱਥੇ ਇੰਨੀ ਡੂੰਘੀ ਨੀਂਦ ਨਾ। ਇਹ ਹੈ ਫਵਾਇਦੁਲ ਫਵਾਦ ਦੀ ਅਸਲ ਕਹਾਣੀ, ਇਹ ਹੈ ਅਸਲ ਕਹਾਣੀ। ਇੰਨਾ ਪ੍ਰੇਮ ਸੀ ਬੰਦਗੀ ਦਾ ਕਿ ਬਾਬਾ ਭਾਈ ਵੀਰ ਸਿੰਘ ਨੂੰ ਪੜ੍ਹੋ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਇਹ ਹੈ ਬਾਬਾ ਫਰੀਦ। ਕਹਿੰਦੇ ਰਾਤੀ ਬਾਬਾ ਫਰੀਦ ਸੌਣ ਲੱਗੇ ਨਾ, ਨਿਜ਼ਾਮੂਦੀਨ ਕਹਿੰਦੇ ਮੈਂ ਕਮਰੇ ਵੱਲ ਗਿਆ ਬਾਬਾ ਜੀ ਨੂੰ ਵੇਖਣ, ਤੇ ਬਾਬਾ ਨੇ ਅੱਖ ਭਰ ਕੇ ਕਿਹਾ, ਬਾਬਾ ਸਾਹਿਬ ਨੇ ਨਿਜ਼ਾਮੂਦੀਨ ਦਾ ਜਿਹੜਾ ਪੁਰਾਤਨ ਨਾਮ ਹੈ ਨਾ, ਉਹ ਅਲੀ ਮੁਹੰਮਦ ਹੈ। ਇਹ ਚਿਸ਼ਤੀ ਪਰੰਪਰਾ 'ਚ ਨਾਮ ਉਹਨਾਂ ਨੂੰ ਮਿਲਿਆ ਸੀ। ਅਲੀ ਮੁਹੰਮਦ ਕਿੱਥੇ ਚਲੇ ਆ? ਤੇ ਅਲੀ ਮੁਹੰਮਦ ਕਹਿੰਦੇ ਬਾਬਾ ਸਾਹਿਬ ਮੈਂ ਵਿਸ਼ਰਾਮ ਕਰਨ ਸੌਣ ਚਲਿਆ। ਬਾਬਾ ਕਹਿੰਦੇ ਅੱਜ ਵਿਸ਼ਰਾਮ ਨਹੀਂ ਕਰਨਾ, ਅੱਜ ਰਾਤਾ ਜਾਗ ਕਰਨਾ, ਜਿਹਨੂੰ ਅਸੀਂ ਜਗਰਾਤਾ ਕਹਿੰਦੇ ਹਾਂ। ਅੱਜ ਰਾਤ ਜਾਗਣੀ ਹੈ। ਕਹਿੰਦੇ ਬਾਬਾ ਹੁਕਮ। ਕਹਿੰਦੇ ਅੱਜ ਮੇਰੇ ਢਿੱਡ 'ਚ ਸੂਲ ਹੈ, ਸਾਰੀ ਰਾਤ ਦੁਆ ਕਰੋ ਕਿ ਸਵੇਰ ਤੱਕ ਮੇਰੇ ਢਿੱਡ ਦਾ ਸੂਲ ਦੂਰ ਹੋ ਜਾਏ, ਦਰਦ ਹੈ। ਜਾਓ ਉਹ ਸ਼ਹਿਰ ਦੇ ਬਾਹਰ ਜਿਹੜਾ ਕੋਠਾ ਹੈ ਨਾ ਖਾਲੀ, ਉੱਥੇ ਚਲੇ ਜਾਓ। ਕਹਿੰਦੇ ਮੈਂ ਤੇ ਮੇਰਾ ਮਿੱਤਰ ਅਲੀ ਗੁਲਾਮ ਉਹਦਾ ਨਾਮ ਹੈ ਇਤਿਹਾਸ 'ਚ। ਨਿਜ਼ਾਮੂਦੀਨ ਕਹਿੰਦਾ ਮੈਂ ਬਾਬਾ ਨੂੰ ਸਿਜਦਾ ਕਰਕੇ ਅਸੀਂ ਉਸ ਕੋਠੇ 'ਚ ਚਲੇ ਗਏ। ਉਹ ਛੱਤਿਆ ਹੋਇਆ ਸੀ। ਅਸੀਂ ਛੱਤ 'ਤੇ ਬੈਠ ਕੇ ਕੁਝ ਖਾਧਾ ਤੇ ਨਮਾਜ਼ ਵਿੱਚ ਸਾਰੀ ਰਾਤ ਦੁਆ ਕੀਤੀ ਬਾਬਾ ਸ਼ੇਖ ਫਰੀਦ ਲਈ। ਸਾਰੀ ਰਾਤ ਦੁਆ ਕੀਤੀ, ਸਾਰੀ ਰਾਤ। ਕਹਿੰਦੇ ਪੋ ਫੁਟਾਲਾ ਹੋਇਆ, ਅਸੀਂ ਸੁੱਤੇ ਨਹੀਂ, ਇੱਕ ਦੂਸਰੇ ਨੂੰ ਸੌਣ ਨਹੀਂ ਦਿੱਤਾ। ਜਦ ਰੌਸ਼ਨੀ ਹੋਈ ਤੇ ਅਸੀਂ ਬਾਬਾ ਫਰੀਦ ਕੋਲ ਗਏ, ਬੂਹਾ ਖੋਲ੍ਹਿਆ ਤੇ ਬਾਬਾ ਫਰੀਦ ਸਿਮਰਨ ਵਿੱਚ ਬੈਠੇ ਸਨ। ਥੋੜ੍ਹਾ ਜਿਹਾ ਖੜਕਾ ਹੋਇਆ ਤੇ ਬਾਬਾ ਫਰੀਦ ਨੇ ਕਿਹਾ ਆ ਗਏ? ਮੈਂ ਕਿਹਾ ਹਾਂ। ਮੈਂ ਅੱਗੇ ਸੀ, ਨਿਜ਼ਾਮੂਦੀਨ ਕਹਿੰਦਾ ਅਲੀ ਗੁਲਾਮ ਪਿੱਛੇ ਸੀ। ਤੇ ਬਾਬਾ ਫਰੀਦ ਕਹਿੰਦੇ ਕੀ ਕੀਤਾ? ਕਹਿੰਦਾ ਜਿਸ ਤਰ੍ਹਾਂ ਤੁਸੀਂ ਕਿਹਾ ਸੀ, ਸਾਰੀ ਰਾਤ ਦੁਆ ਕੀਤੀ, ਸਾਰੀ ਰਾਤ। ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਹੈ। ਕਹਿੰਦੇ ਸਾਰੀ ਰਾਤ ਦੁਆ ਕੀਤੀ। ਬਾਬਾ ਫਰੀਦ ਨਿਜ਼ਾਮੂਦੀਨ ਕਹਿੰਦਾ ਮੈਨੂੰ ਵੇਖ ਕੇ ਮੁਸਕਰਾਏ ਤੇ ਆਖਿਆ ਨਹੀਂ, ਢਿੱਡ ਦਾ ਸੂਲ ਤੇ ਘਟਿਆ ਨਹੀਂ। ਸੁਣਿਓ ਹੁਣ ਗੱਲ, ਢਿੱਡ ਦਾ ਸੂਲ ਤੇ ਘਟਿਆ ਨਹੀਂ। ਨਿਜ਼ਾਮੂਦੀਨ ਕਹਿੰਦਾ ਮੈਂ ਕੁਝ ਬੋਲਣ ਲੱਗਾ, ਇਸ ਤੋਂ ਪਿੱਛੇ ਅਲੀ ਗੁਲਾਮ ਮੇਰੇ ਮਿੱਤਰ ਨੇ ਬੋਲਿਆ ਬਾਬਾ ਤੁਸੀਂ ਸੰਪੂਰਨ ਹੋ, ਅਸੀਂ ਅਪੂਰਨ ਹਾਂ। ਤੁਸੀਂ ਪੂਰੇ ਹੋ, ਅਸੀਂ ਅਧੂਰੇ ਹਾਂ। ਅਧੂਰੇ ਦੀ ਨਮਾਜ਼ ਪੂਰੇ ਲਈ ਕਿਵੇਂ ਪੂਰੀ ਹੋ ਸਕਦੀ ਹੈ? ਕਿੱਡੀ ਕਮਾਲ ਦੀ ਗੱਲ ਹੈ। ਤੁਸੀਂ ਬਾਬਾ ਸੰਪੂਰਨ ਹੋ, ਅਸੀਂ ਅਧੂਰੇ ਹਾਂ। ਜਾਂ ਕੁਵਾਰੀ ਤਾਂ ਚਾਹੋ, ਬੇਵਾਹੀ ਤਾਂ ਮਾਮਲੇ। ਗੁਰੂ ਕੋਲ ਆਉਂਦਿਆਂ ਇਹ ਮਿਲ ਜਾਏ, ਇਹ ਮਿਲ ਜਾਏ, ਇਹ ਮਿਲ ਜਾਏ, ਤੇ ਲੈ ਕੇ ਕਦੀ ਖੁਸ਼ ਹੋਇਆ? ਮਾਮਲੇ ਹੀ ਪਏ ਨੇ। ਦੁੱਖ ਮੰਗਤ ਸੁੱਖ ਮੰਗਤ ਦੁੱਖ ਅਗਲ ਆਵੇ। ਮਾਰ ਕੇ ਤੇ ਸੁੱਖਾਂ ਦੀ ਤਿਆਰੀਆਂ ਹੀ, ਦੁੱਖਾਂ ਦੇ ਲਈ ਕੋਈ ਤਿਆਰੀ ਨਹੀਂ। ਬਾਬਾ ਫਰੀਦ ਨੂੰ ਕਿਹਾ ਉਹਨੇ। ਨਿਜ਼ਾਮੂਦੀਨ ਕਹਿੰਦਾ ਬਾਬਾ ਫਰੀਦ ਨੇ ਸੁਣਿਆ ਨਹੀਂ। ਕਹਿੰਦੇ ਮੈਂ ਦੁਬਾਰਾ ਬੋਲਿਆ ਬਾਬਾ ਤੁਸੀਂ ਸੰਪੂਰਨ, ਅਸੀਂ ਅਧੂਰਨ, ਅਧੂਰੇ। ਅਧੂਰੇ ਦਾ ਸੰਪੂਰਨ ਨੂੰ ਕਿਵੇਂ? ਬਾਬਾ ਫਰੀਦ ਕਹਿੰਦੇ ਬਸ ਜਦ ਖੁਦਾ ਦੀ ਗੱਲ ਕਰਨੀ ਹੈ ਪੂਰਾ ਜ਼ੋਰ ਲਾ ਕੇ ਕਰਨੀ ਹੈ। ਪੂਰਾ ਜ਼ੋਰ ਲਾ ਕੇ ਵੀ ਕਰੋਗੇ ਇਬਾਦਤ ਤਾਂ ਵੀ ਪੂਰੇ ਦੀ ਇਬਾਦਤ ਵਿੱਚ ਪੂਰੇ ਨਹੀਂ ਹੋ ਸਕੋਗੇ। ਇਹ ਸਲੋਕ ਹੁਣ ਅਗਲਾ ਹੈ ਜਿਹੜਾ
ਜਿਹਦੇ ਵਿੱਚ ਬਾਬਾ ਫਰੀਦ ਕਹਿੰਦੇ, ਬੜੀ ਕਮਾਲ ਦੀ ਗੱਲ ਕਰਦੇ। ਬਾਬਾ ਫਰੀਦ ਕਹਿੰਦੇ ਜੀ 66 ਸ਼ਲੋਕ, ਜਾਂ ਕੁਵਾਰੀ ਤਾਂ ਚਾਓ ਵੇ ਵਾਹੀ ਤਾਂ ਮਾਮਲੇ, ਫਰੀਦਾ ਇਹੋ ਪਛਤਾਓ ਵਤ ਕੁਵਾਰੀ ਨਾ ਥੀ ਹੈ। 63 ਸ਼ਲੋਕ ਪੂਰੇ ਹੋ ਗਏ ਜੀ ਇੱਥੇ ਤੱਕ ਹੀ। ਤੇ ਬਾਬਾ ਫਰੀਦ ਜੀ ਕਹਿੰਦੇ ਇਹੋ ਪਛੋਤਾਓ ਫਰੀਦਾ, ਇਹੋ ਪਛੋਤਾਓ ਵਤ ਕੁਵਾਰੀ ਨਾ ਥੀ ਹੈ। ਜਦ ਇਸ ਮਾਰਗ ਤੇ ਨਹੀਂ ਸੀ ਤੁਰੇ ਨਾ, ਤਾਂ ਬਾਬਾ ਫਰੀਦ ਕਹਿੰਦੇ ਬੜੇ ਚੰਗੇ ਸਾਂ, ਬਹੁਤ ਚੰਗੇ ਸਾਂ। ਹੁਣ ਇਸ ਮਾਰਗ ਤੇ ਤੁਰੇ, ਪਰ ਤੁਰ ਕੇ ਵੀ ਬਦਖੋਈਆਂ ਕੀਤੀਆਂ, ਤੁਰ ਕੇ ਵੀ ਗੁਰੂ ਦੀ ਗੱਲ ਨਹੀਂ ਮੰਨੀ। ਅੱਛਾ, ਨਾ ਵੀ ਮੰਨ ਕੇ ਇੰਨਾ ਮਨ ਵਿੱਚ ਇਹ ਭਰਮ ਪੈਦਾ ਹੋ ਗਿਆ, ਖਰੇ ਅਸੀਂ ਧਰਮੀ ਹੋ ਕੇ ਪੂਰੇ ਹੋ ਗਏ ਹਾਂ, ਅਸੀਂ ਧਰਮੀ ਹੋ ਗਏ ਹਾਂ, ਅਸੀਂ ਗੁਰੂ ਨਾਨਕ ਸਾਹਿਬ ਤੋਂ ਉੱਤੇ ਹੋ ਗਏ ਹਾਂ, ਤੇ ਇਹਨਾਂ ਹੀ ਧਾਰਮਿਕ ਸਟੇਜਾਂ ਤੇ ਬੈਠ ਕੇ ਬੋਲਣ ਲੱਗ ਗਏ ਹਾਂ ਕਿ ਬਈ ਜੀ ਗੁਰੂ ਨਾਨਕ ਸਾਹਿਬ ਤੇ ਸਾਡੀ ਤਰ੍ਹਾਂ ਆਮ ਇਨਸਾਨ ਸੀ। ਉਹ ਭਲਿਓ, ਕਦੀ ਇਹ ਨਾ ਕਹੋ ਕਿ ਗੁਰੂ ਨਾਨਕ ਸਾਹਿਬ ਸਾਡੀ ਤਰ੍ਹਾਂ ਗ੍ਰਸਤੀ ਸਨ, ਸਾਡੀ ਤਰ੍ਹਾਂ ਇਨਸਾਨ ਸਨ। ਇਹ ਆਖੋ ਅਸੀਂ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਗ੍ਰਸਤੀ ਹੋ ਸਕੀਏ। ਅਲੀ ਗੁਲਾਮ ਕਹਿੰਦਾ ਬਾਬਾ ਤੂੰ ਪੂਰਨ ਹੈ, ਮੈਂ ਅਧੂਰਾ। ਇਸ ਗੱਲ ਨੂੰ ਯਾਦ ਰੱਖਿਓ। ਜਦ ਧਰਮ ਦੇ ਮਾਰਗ ਤੇ ਅਸੀਂ ਬਹੁਤ ਅੱਗੇ ਭਾਵ ਦਿਖਾਵੇ ਵਾਲੇ ਪਾਸੇ ਤੁਰ ਜਾਂਦੇ ਆ ਨਾ, ਫਿਰ ਜਿਸ ਦਿਨ ਆਪਣੇ ਮੁਰਸ਼ਦ ਆਪਣੇ ਗੁਰੂ ਨਾਨਕ ਸਾਹਿਬ ਦੇ ਸਨਮੁਖ ਹੋਵਾਂਗੇ ਨਾ, ਕਦੀ ਉਹ ਦਿਨ ਆਏਗਾ ਜਦ ਆਮਣੇ ਸਾਹਮਣੇ ਹੋਵਾਂਗੇ। ਫਿਰ ਬਾਬਾ ਫਰੀਦ ਕਹਿੰਦੇ ਉਸ ਦਿਨ ਪਛਤਾਵਾ ਹੋਏਗਾ ਕਿ ਗੁਰੂ ਨਾਨਕ ਸਾਹਿਬ ਫਿਰ ਸ਼ੁਰੂ ਤੋਂ ਕਰ ਦਿਓ, ਇੱਕ ਮੌਕਾ ਦੇ ਦਿਓ, ਮੈਂ ਜਿਹੜਾ ਦਿਖਾਵਾ ਕੀਤਾ ਸੀ ਝੂਠਾ, ਮੈਂ ਉਸ ਤੋਂ ਬਚ ਜਾਵਾਂ ਤੇ ਮੈਂ ਫਿਰ ਤੁਹਾਨੂੰ ਸਿੱਖੀ ਕਮਾ ਕੇ ਦਿਖਾਵਾਂ। ਪਰ ਬਾਬਾ ਕਹਿੰਦੇ ਕਿ ਹੁਣ ਉਹ ਸਮਾਂ ਦੁਬਾਰਾ ਨਹੀਂ ਮਿਲਣਾ, ਹੁਣ ਉਹ ਸਮਾਂ ਕਦੀ ਦੁਬਾਰਾ ਨਹੀਂ ਮਿਲਣਾ, ਕਿਉਂਕਿ ਤੀਰ ਨਿਕਲਿਆ ਹੋਇਆ ਤੇ ਬਚਨ ਮੂੰਹ ਤੋਂ ਗਿਆ ਹੋਇਆ, ਬੋਲਿਆ ਹੋਇਆ ਮੁੜ ਵਾਪਸ, ਸਮਾਂ ਨਿਕਲਿਆ ਹੋਇਆ ਵਾਪਸ ਨਹੀਂ ਆਉਂਦਾ। ਫਰੀਦਾ ਇਹੋ ਪਛੋਤਾਓ, ਇਹ ਪਛਤਾਵਾ ਰਹਿ ਗਿਆ। ਵੱਡੇ ਦੀ ਇਬਾਦਤ ਕਰਨੀ ਸੀ ਤੇ ਭੁਲੇਖਾ ਕਿਵੇਂ ਖਾ ਲਿਆ ਕਿ ਤੂੰ ਵੱਡਾ ਹੋ ਗਿਆ। ਵੱਡੇ ਦੀ ਇਬਾਦਤ ਕੀਤਿਆਂ ਕਦੀ ਛੋਟਾ ਵੱਡਾ ਨਹੀਂ ਹੋ ਸਕਦਾ, ਛੋਟਾ ਛੋਟਾ ਰਹਿੰਦਾ। ਬਾਬਾ ਸਾਹਿਬ ਕਹਿੰਦੇ ਦਰਵੇਸ਼ੀ ਕਮਾਉਣੀ, ਆਪਣੇ ਆਪ ਨੂੰ ਦਿਲ ਰੱਤਾ ਇਸ ਦੁਨੀ ਸਿਓ। ਕਬੀਰ ਸਾਹਿਬ ਦੁਨੀ ਨਾ ਕੀਤਾ ਕੰਮ, ਦੁਨੀ ਨਾ 40 ਸਾਥ, ਦਿਲ ਰੱਤਾ ਇਸ ਦੁਨੀ ਸਿਓ। ਦੁਨੀ ਨਾ 40 ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਫਰੀਦਾ ਇਹੋ ਪਛੋਤਾਓ ਵਤ ਕੁਵਾਰੀ ਨਾ ਥੀ ਹੈ। ਹੁਣ ਮੁੜ ਕੇ ਉਹ ਸਮਾਂ ਨਹੀਂ ਮਿਲ ਸਕਦਾ ਜਿਹਨੂੰ ਬਾਬਾ ਫਰੀਦ ਦਾ ਚੌਥਾ ਸ਼ਬਦ, ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੇਹੇਲਾ, ਹੱਥ ਨਾ ਲਾਈ ਕੁਸੁੰਬੈ ਜਲ ਜਾਸੀ ਢੋਲਾ। ਇਹ ਗੱਲ ਹੀ ਅਸੀਂ ਯਾਦ ਰੱਖੀਏ। ਇੱਕ ਗਾਥਾ ਹੋਰ ਫਵਾਇਦੁਲ ਫਵਾਦ ਦੀ ਜ਼ਰੂਰੀ ਮੈਂ ਕਰਨੀ ਤੁਹਾਡੇ ਨਾਲ ਸਮਝਾਂਗਾ, ਕਿਉਂਕਿ 3 ਭਾਗ ਹੈਗੇ ਆ। ਪਹਿਲੇ ਭਾਗਾਂ ਵਿੱਚ 6 ਬੈਠਕਾਂ ਦਾ ਜ਼ਿਕਰ ਹੈ, ਦੂਸਰੇ ਭਾਗਾਂ ਦੇ ਵਿੱਚ 35 ਬੈਠਕਾਂ ਦਾ ਜ਼ਿਕਰ ਹੈ, ਤੀਸਰੇ ਭਾਗ ਦੇ ਵਿੱਚ 42 ਬੈਠਕਾਂ ਦਾ ਜ਼ਿਕਰ ਹੈ। ਐਡਾ ਵੱਡਾ ਗ੍ਰੰਥ ਹੈ ਫਵਾਇਦੁਲ ਫਵਾਦ, ਬਾਬਾ ਫਰੀਦ ਦਾ ਜੀਵਨ। ਇੱਕ ਗਾਥਾ ਜ਼ਰੂਰ ਸੁਣਿਓ, ਜਿਸ ਗਾਥਾ ਬਾਬਤ ਸ਼ਾਇਦ ਮੇਰਾ ਮਨ ਵੀ ਜੁੜ ਜਾਏ। ਮੈਂ ਆਪ ਜੀ ਨੂੰ ਨਹੀਂ, ਆਪ ਤੇ ਜੁੜੇ ਹੋਏ ਹੋ, ਇਹ ਕਰਦਿਆਂ ਮੇਰਾ ਮਨ ਵੀ। 2 ਗਾਥਾ ਚਲੋ ਹੋਰ ਵਿਚਾਰ, ਥੋੜਾ ਸਮਾਂ ਸਾਡੇ ਕੋਲ 5 7 10 ਮਿੰਟ ਹੈਗੇ ਆ। ਹਾਂਜੀ ਬਾਬਾ ਜੀ ਕੀ ਕਹਿ ਰਹੇ ਨੇ? ਬਾਬਾ ਜੀ ਕੁਝ ਕਹਿ ਰਹੇ ਨੇ, ਪੁੱਛਿਓ। ਅੱਛਾ 2 ਸ਼ਲੋਕ ਹੋਰ ਕਰਨੇ ਨੇ? ਹਾਂਜੀ ਹਾਂਜੀ ਠੀਕ ਹੈ ਜੀ। ਬਾਬਾ ਫਰੀਦ ਜੀ ਦਾ ਅਗਲਾ ਬਚਨ ਜਿਹੜਾ ਹੈਗਾ ਉਹ ਨਾਲ ਹੀ ਅਸੀਂ ਕਰ ਲਈਏ ਜੀ। ਮੈਂ ਗੁਸਤਾਖੀ ਮਾਫ ਚਾਹੁੰਦਾ ਜੀ। ਹਾਂਜੀ ਅਗਲਾ ਸ਼ਲੋਕ ਹੈ ਜੀ, ਕੱਲਰ ਕੇਰੀ ਛਪੜੀ ਆਏ ਉਲੱਥੇ ਹੰਝ। ਤੇ ਅਗਲਾ ਜ਼ਿਕਰ ਹੈ, ਚਿੰਜੂ ਬੋੜਨ ਨਾ ਪੀਵਹਿ ਉੱਡਣ ਸੰਧੀ ਡੰਝ। ਕੱਲਰ ਕੇਰੀ ਛਪੜੀ ਦਾ ਮਤਲਬ ਹੈ ਮੈਲਾ ਥਾਂ ਜਿੱਥੇ ਪਾਣੀ ਖੜਾ ਹੈ। ਤੇ ਪਾਣੀ ਕਿਹਦਾ ਖੜਦਾ ਹੈ? ਜਿਸ ਜੀਵਨ ਦੇ ਵਿੱਚ ਸਿਰਫ ਦਿਖਾਵਾ ਹੈ, ਬੰਦਗੀ ਨਹੀਂ ਹੈ। ਤੇ ਜਿੱਥੇ ਬੰਦਗੀ ਨਹੀਂ ਹੈ ਉੱਥੇ ਸਬਰ ਨਹੀਂ ਹੈ, ਸੰਤੋਖ ਨਹੀਂ ਹੈ, ਚਿੱਠਾਪਣ ਹੈ। ਬਾਹਰੋਂ ਭੇਖ ਪਾਇਆ ਹੋਏਗਾ ਮੇਰੀ ਤਰ੍ਹਾਂ, ਤੇ ਮਾੜੀ ਜੀ ਸ਼ੁਰਲੀ ਛੱਡ ਦੋਗੇ ਨਾ ਕੋਈ ਵੀ,
ਐ ਅੱਗ ਭਾਂਬੜ ਹੋ ਜਾਏਗਾ। ਬੰਦਾ ਕਹੇਗਾ ਯਾਰ ਤੂੰ ਧਰਮੀ ਹੈ ਕਿ। ਇਹਨੂੰ ਹੀ ਮਹਾਰਾਜ ਜੀ ਕਹਿੰਦੇ ਹੰਸਾਂ ਦੇਖ ਤਰੰਦਿਆਂ ਬੱਗਾ ਵੀ ਆਇਆ ਚਾਓ। ਇਹ ਬਗਲਾ ਹੀ ਸੀ। ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ ਜਨਮ ਨਾ ਦੇਈ ਭੰਗ। ਮੈਨੂੰ ਲੱਗਿਆ ਕਿ ਬਾਹਰੋਂ ਇਹ ਹੰਸ ਹੈ, ਪਰ ਅੰਦਰੋਂ ਸੱਚੀ ਮੁੱਚੀ ਇਹ ਬਗਲਾ ਸੀ। ਪਰ ਜਿਹੜਾ ਹੰਸ ਹੈ ਨਾ, ਜਦ ਉਹ ਬਗਲਿਆਂ ਦੀ ਸੰਗਤ ਵਿੱਚ ਵੀ ਬੈਠੇਗਾ, ਬਗਲੇ ਉਹਨੂੰ ਗੁਲਤਾਨ ਨਹੀਂ ਕਰ ਸਕਣਗੇ। ਮਾਨਸਰ ਹੰਸ ਸਾਧ ਸੰਗਤ ਪਰਮ ਹੰਸ, ਧਰਮ ਤੁਜਾ ਧਰਮਸ਼ਾਲਾ ਚਲ ਆਵੀ, ਉਤ ਮੁਖਤਾਹਲ ਆਹਾਰ ਦੁਤੀਆ ਨਾਸ਼ਤ, ਇਤ ਗੁਰ ਸ਼ਬਦ ਸੁਰਤ ਲਿਵਲਾਵੀ। ਜਿਸ ਬੰਦੇ ਨੇ ਗੁਰੂ ਘਰ ਆ ਕੇ ਬਗਲਾ ਬਿਰਤੀ ਵਰਤੀ ਹੈ, ਉਹ ਸਵਾਲ ਵੀ ਇਹੋ ਜਿਹੇ ਪੁੱਛੇਗਾ ਕਿ ਅਗਲਾ ਬੰਦਾ ਸੱਤੀ ਕੱਪੜੀਆਂ ਅੱਗ ਲੱਗ ਜੇ, ਲੋਹਾ ਲਾਖਾ ਹੋ ਜੇ। ਤੇ ਜਦ ਸਵਾਲ ਸੁਣਦਾ ਨਾ ਬੰਦਗੀ ਵਾਲਾ, ਸਮਝ ਜਾਂਦਾ ਇਹ ਬਿਰਤੀ ਬਗਲੇ ਵਾਲੀ ਹੈ। ਜਦ ਹੰਸ ਸਵਾਲ ਪੁੱਛੇਗਾ ਨਾ, ਗੁਰੂ ਨਾਨਕ ਸਾਹਿਬ ਕਹਿੰਦੇ, ਬਾਬਾ ਇਹ ਭਾਈ ਗੁਰਦਾਸ ਜੀ ਦਾ ਬਚਨ ਹੈ, ਉਤ ਮੁਕਤਾਹਲ ਆਹਾਰ ਦੁਤੀਆਂ ਨਾਸ਼ਤ, ਇਤ ਗੁਰ ਸ਼ਬਦ ਸੁਰਤ ਲਿਵਲਾਵੀ, ਉਤ ਹੀਰ ਨੀਰ ਕੇ ਵਖਾਨੀਅਤ, ਇਤ ਗੁਰਮਤ ਦੁਰਮਤ ਸਮਝਾਵੀ। ਜਦ ਹੰਸ ਸਵਾਲ ਪੁੱਛੇਗਾ, ਗੁਰਸਿੱਖ ਸਵਾਲ ਪੁੱਛੇਗਾ, ਉਹ ਦੁਰਮਤ ਤੇ ਗੁਰਮਤ ਐ ਵੱਖ-ਵੱਖ ਕਰਕੇ ਪੁੱਛੇਗਾ, ਜਿਵੇਂ ਹੰਸ ਪਾਣੀ ਤੇ ਦੁੱਧ ਦੋਨੋਂ ਇਕੱਠੇ ਕਰਕੇ ਅੱਗੇ ਰੱਖ ਦਿਓ, ਪਾਣੀ ਥੱਲੇ ਥੱਲੇ ਛੱਡ ਦੇਗਾ ਤੇ ਦੁੱਧ ਪੀ ਜਾਏਗਾ। ਬਸ ਬਾਬਾ ਫਰੀਦ ਕਹਿੰਦੇ ਹੈ, ਬਗਲਿਆਂ ਦੀ ਸੰਗਤ ਵਿੱਚ ਜਦ ਹੰਸ ਆ ਕੇ ਬੈਠੇ ਨਾ, ਉਹ ਬਹੁਤਾ ਚਿਰ ਬੈਠ ਨਹੀਂ ਸਕਦਾ, ਮੈਨੂੰ ਖਿਮਾ ਬਖਸ਼ਿਓ। ਉਹਦੇ ਮਨ ਬੇਚੈਨੀ ਹੁੰਦੀ ਹੈ। ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿਨ ਨਾ ਸਤਿਗੁਰ ਪਾਸ। ਉੱਥੇ ਕੂੜ ਵਰਤਦਾ, ਕਹਿੰਦੇ ਕੂੜ ਵਰਤਦਾ। ਕਹਿੰਦੇ ਸਚਿਆਰ ਕਿਵੇਂ ਬੈਠ ਸਕਦਾ? ਬੈਠ ਹੀ ਨਹੀਂ ਸਕਦਾ। ਉਹ ਵਲ ਛਲ ਕਰ ਝੱਤ ਕੱਢਦੇ, ਫਿਰ ਜਾਏ ਬਹਿ ਕੁੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਕੱਢਈ। ਕਰ ਵੇਖੋ ਕੋ ਨਿਰਜਾਸ, ਹੰਸ ਦੇ ਅੰਦਰ ਬਗਲਾ ਬਿਰਤੀ ਪੈਦਾ ਹੋ ਹੀ ਨਹੀਂ ਸਕਦੀ, ਭਾਵੇਂ ਉਹ ਕਰੋੜਾਂ ਹੰਸ ਦੇ ਵਿੱਚ ਵੀ ਕਿਉਂ ਨਾ ਬੈਠਾ ਹੋਵੇ। ਕਿਉਂ? ਸਚਿਆਰ ਜਿਹੜੇ ਨੇ ਉਹ ਹੰਸ ਨੇ, ਕੁੜਿਆਰ ਨੇ ਜਿਹੜੇ ਬਗਲੇ ਦਿਖਾਵਾ ਕਰਨ ਵਾਲੇ। ਕੁੜਿਆਰ ਕੁੜਿਆਰੀ ਜਾਇਬ ਹੈ, ਜਪੋ ਜੀ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਜਪੋ ਜੀ ਸਚਿਆਰ ਸਿੱਖ ਬੈਠੇ। ਤੇ ਕੁੜਿਆਰਾਂ ਦੀ ਸੰਗਤ ਵਿੱਚ ਬਾਬਾ ਫਰੀਦ ਕਹਿੰਦੇ ਆ, ਕੱਲਰ ਕੇਰੀ ਛੱਪੜੀ, ਗੰਦੀ ਛੱਪੜੀ ਹੋਏ ਨਾ, ਜਿੱਥੇ ਬਗਲੇ ਬੈਠਦੇ ਹੋਣ, ਚਿੱਕੜ ਕੀੜੇ ਖਾਣ ਵਾਲੇ, ਆਏ ਉਲੱਥੇ ਹੰਜ, ਜੇ ਉੱਥੇ ਕਿੱਥੇ ਗੁਰਸਿੱਖ, ਹੰਜ ਦਾ ਮਤਲਬ ਹੈ ਹੰਸ ਬਿਰਤੀ ਵੀ ਆ ਜਾਏ। ਚਿੰਜੂ ਬੋੜਨ ਨਾ ਪੀਵੇ ਹੈ, ਜੇ ਚੁੰਝ ਉਹ ਗੰਦੇ ਪਾਣੀ ਵਿੱਚ ਪਾ ਵੀ ਲੈਣ, ਤੇ ਯਾਦ ਰੱਖਿਓ ਇੱਕ ਵੀ ਬੂੰਦ ਹੰਸ ਆਪਣੇ ਅੰਦਰ ਨਹੀਂ ਲੈ ਕੇ ਜਾਏਗਾ। ਜੇ ਹੰਸ ਬਗਲਿਆਂ ਦੇ ਨਾਲ ਬੈਠ ਕੇ ਕੋਈ ਗੱਲਬਾਤ ਵੀ ਕਰ ਲੈ ਨਾ, ਦੂਰੋਂ ਵੇਖ ਕੇ ਕਹੇਗਾ, ਓਏ ਇਹ ਕਿੱਥੇ ਆ ਗਿਆ, ਇਹ ਕਿੱਥੇ ਵਿਕਾਰੀਆਂ ਦੀ ਸੰਗਤ ਵਿੱਚ ਬੈਠਾ ਹੋਇਆ ਹੈ, ਦੁਨੀਆ ਸਮਝੇਗੀ ਇਹ ਵੀ ਵਿਕਾਰੀ ਹੋ ਗਿਆ। ਬਾਬਾ ਫਰੀਦ ਕਹਿੰਦੇ ਪਰ ਹੰਸ ਨੂੰ ਕੋਈ ਬਗਲਾ ਬਣਾ ਹੀ ਨਹੀਂ ਸਕਦਾ। ਕਹਿੰਦੇ ਉਹ ਚੁੰਝ ਵੀ ਭਾਵੇਂ ਮਾਰੇ, ਕਹਿੰਦੇ ਚਿੰਜੂ ਬੋੜਨ ਨਾ ਪੀਵੇਂ, ਪਰ ਉਹ ਗੰਦਾ ਵਿਸ਼ ਨਹੀਂ ਪੀਵੇਗਾ। ਅਗਲਾ ਬਚਨ ਹੈ, ਉੱਡਣ ਸੰਧੀ ਡੰਜ, ਡੰਜ ਦਾ ਮਤਲਬ ਹੈ ਛੇਤੀ। ਉਹਦੇ ਮਨ ਵਿੱਚ ਇਹ ਚਾਹ ਹੋਏਗਾ, ਮੈਂ ਇਹਨਾਂ ਦੀ ਸੰਗਤ ਵਿੱਚੋਂ ਛੇਤੀ ਤੋਂ ਛੇਤੀ ਉੱਡਾਂ, ਉਹ ਸਮਾਂ ਮਿਲੇ, ਮੌਕਾ ਮਿਲੇ, ਮੈਂ ਜਾਵਾਂ, ਮੈਂ ਕਿੱਥੇ ਫਸ ਗਿਆ। ਅਗਲਾ ਸ਼ਲੋਕ ਬਾਬਾ ਫਰੀਦ ਜੀ ਕਹਿੰਦੇ, ਹੰਸ ਉਡਾਰ ਕ੍ਰੋਧੈ ਪਿਆ, ਕੁਧਰੈ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਦਰਾ ਖਾਏ। ਕੋਦਰਾ, ਕੋਦਰੇ ਦੀ ਰੋਟੀ ਗੁਰੂ ਨਾਨਕ ਸਾਹਿਬ ਨੂੰ ਲਾਲੋ ਜੀ ਨੇ ਛਕਾਈ ਸੀ। ਕੋਦਰੇ ਦੀ ਖੇਤੀ ਹੁੰਦੀ ਹੈ ਤੇ ਕੋਦਰਾ ਹੰਸ ਨਹੀਂ ਖਾਂਦਾ। ਹੰਸ ਦਾ ਭੋਜਨ ਹੈ ਮੁਖਤਾਹਲ, ਹੀਰੇ ਮੋਤੀ ਹੰਸ ਦਾ ਭੋਜਨ ਹੈ। ਤੇ ਜੇ ਹੰਸ ਕਿੱਥੇ ਉੱਡਦਾ ਹੋਇਆ ਕੋਦਰੇ ਦੇ ਖੇਤਾਂ ਵਿੱਚ ਬਹਿ ਜਾਏ, ਤੇ ਲੋਕੀ ਕਹਿਣ, ਓਏ ਇਹ ਹੰਸ ਕਿੱਥੇ ਆ ਗਿਆ ਕੋਦਰੇ ਦੇ ਖੇਤ 'ਚ, ਕਿੱਥੇ ਸਾਡਾ ਖੇਤ ਹੀ ਨਾ ਉਜਾੜ ਜਾਏ, ਕਿਤੇ ਕੋਦਰੇ 'ਚ ਮੂੰਹ ਹੀ ਨਾ ਮਾਰ ਦੇ। ਭੱਜਦੇ ਨੇ ਉਹਨੂੰ ਉਡਾਉਣ ਵਾਸਤੇ, ਪਰ ਇਹ ਨਹੀਂ ਪਤਾ ਕਿ ਹੰਸ ਦਾ ਕੋਦਰਾ ਆਹਾਰ ਨਹੀਂ ਹੈ। ਹੰਸ ਜੇ ਕੋਦਰੇ ਦੇ ਖੇਤ ਵਿੱਚ ਬੈਠਾ ਵੀ ਹੈ ਤੇ ਉਹਨੇ ਉੱਥੇ ਆ ਕੇ ਉਜਾੜਾ ਨਹੀਂ ਕਰਨਾ, ਬਲਕਿ ਜੇ ਬੈਠਾ ਹੈ ਤੇ ਕੋਦਰੇ ਦੀ ਕੀਮਤ ਹੀ ਵਧੇਗੀ। ਜੇ ਬੈਠਾ ਤੇ ਲੋਕੀ ਕਹਿਣਗੇ ਇਸ ਥਾਂ ਤੇ ਕਦੀ ਹੰਸ ਬੈਠਾ ਸੀ। ਪਰ ਗਹਿਲਾ ਲੋਕ ਨਾ, ਗਹਿਲਾ ਦਾ ਮਤਲਬ ਮੂਰਖ, ਜਿਨ੍ਹਾਂ ਦੇ ਅੰਦਰ ਸੱਚ ਨਹੀਂ ਹੈ। ਮਹਾਰਾਜ ਕਹਿੰਦੇ ਉਹ ਜਾਣਦੇ ਹੀ ਨਹੀਂ ਕਿ ਹੰਸ ਜਿਹੜਾ ਉਹ ਕੋਦਰਾ ਨਹੀਂ ਖਾਂਦਾ।
इस गल नूं बड़ी कमाल की गल कीती है। हंस उडर कोदरै पिया, उड़ के कोदरै भाव मनमुखां की संगत विच भी जे भुलेखे नाल कोई संत आके बैठ जाए ना, महाराज जी का बचन याद रखियो। सतगुरु जी कहते हैं, साच नाम मेरा मन लागा, हंस की बिरती है समाप्ति करन लगा। लोगन स्यों मेरा ठाठा बागा। हंस बिरती लोगों के नाल भी गल करता है तो लोग समझणगे यार ये तो साडे वर्गा ही है, ये विच फर्क की होया। बाहर सूत सगल स्यों मौला, कोदरे विच बैठा है, पर अलिप्त रहो जैसे जल में कोला। अलिप्त रहो, मुख की बात सगल स्यों करता, दुनिया की सारी बोल चाल करता है, इउं लगता है जिवें कोदरे के खेत विच बह गया। पर जी संग प्रभ अपना धरता, पर यह नहीं पता कि अंदरों हंस है, कोदरे विच बैठिया भी कोदरा नहीं खाएगा, उन्हें उतों उडारी मारनी है। बड़ा कमाल दा, हंस उडर कोदरै पिया, लोक विडारण जाए। लोग कहते लै 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 ये भी मनमुख हो गया, ये भी इवें हो गया, पर नहीं। गहला लोक ना जानदा, हंस ना कोदरा खाए। हंस कदी कोदरा नहीं खाता। इत्थे समय की समाप्ति है, दिती हुई सलोकां की जिहड़ी लड़ी सी उहदी भी सेवा की समाप्ति है। समा मैं आप संगतां दा बहुत लै लिया, पर फवायदुल फवाद की एक गाथा याद रखियो। बाबा शेख फरीद बैठे ने, हज़रत निज़ामुद्दीन कोल बैठे ने। एक बंदा आया जिहड़ा बहुत वड्डा शेख सी, कदी उहदे ऊँट चलते सन, बड़ा वड्डा काम कारोबार सी, पर इहो जी हालत विच आया कि बाबा फरीद नूं मत्था टेकण लई उहदे कोल टका भी नहीं सी। ये हाल हो गया तो गिड़गिड़ा के रोया, कहंदे बाबा बहुत बुरा हाल हो गया, इन्नी अमीरी देखी है, हुण गरीबी आ गई। बाबा कहंदे तू नमाज अदा करना है, खुदाई इबादत च जुड़दा है? कहंदे हाँ हुण जुड़दा। कहंदे जुम्मे की नमाज पढ़दा है? कहंदे हाँ जी पढ़दा। तो बाबा फरीद कहंदे एक काम कर, जुम्मे की नमाज रोज़ पढ़। सुनियो इस गल इत्थे नमाज की नहीं, गल इत्थे बाणी पढ़न ते प्रेम की है। तो बाबा फरीद नूं पुछदा, बाबा फरीद फिर? कहंदे फिर मुड़ के आउण दी लोड़ नहीं पैनी। निज़ामुद्दीन कहंदा मैं बैठा सी नाल, मैं बाबा फरीद दे थल्ले विछी हुई बोरी दरी जूट दी पाटी हुई वो वेखी, बाबा फरीद दी पाटी कमली वेखी, फिर बाबा फरीद दे सिर दे उत्ते कखां दी कुली जिहदे विच एडा शेक होया होया सी वो वेखिया। ते मैं क्या बाबा बस इन्नी क गल सी, जे जुम्मे की नमाज दे नाल गरीबी कट्टी जानी सी मैनूं पहलां दस दे, मैं एक दी बजाए रोज़ 2 बारी पढ़दा। बाबा कहंदा खबरदार शेख फरीद, खबरदार जे तू खुदा तो अमीरी मंगी। निज़ामुद्दीन कहंदे क्यों बाबा? कहंदे जे खुदा ने बाबा फरीद नूं अमीरी दे दिती होंदी ते अज बाबा फरीद ना होंदा ते इहदी तरह दर दर ते मंगता होंदा। ਇਹਦਾ मतलब रब तो बाबा फरीद ते बाबा फरीद नूं प्यार करन वाले ने कुछ नहीं मंगना, रब तो सिर्फ ये मंगना है कि रब तेरा भाणा मिठा करके मैं मन सकां, दुख दे सुख दे, भुख दे भोजन दे, सर्दी दे गर्मी दे, अमीरी दे गरीबी दे, बस तेरा सजदा तेरा प्रेम मेरे अंदरों ना कटे। भुलां चुकां दी खिमा। श्री गुरु ग्रंथ साहब का धन्नवाद, आप संगतां दा धन्नवाद। फवायदुल फवाद प्रोफैसर प्रोफैसर प्रीतम सिंह दी ते गुरु ग्रंथ साहब जी दे विचों शेख फरीद जी दी पाल, ये 2 किताबां नूं आधार बना के आप संगतां दी सेवा की है। भाई साहब भाई हरपाल सिंह जी का, बाबा जी का धन्नवाद, आप संगतां दे फिर दर्शन करने का मौका बख्शिया। भाई साहब भाई हरप्रीत सिंह सेवावां दे रहे हैं, धन्नवाद जी सारियां दा धन्नवाद। मेरी भुलां गलतियां बख्शियो जी। फतेह बुलाओ। वाहिगुरू जी का खालसा, वाहिगुरू जी की फतेह।